ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਰਾਸ਼ਟਰ ਨੂੰ ਸੰਬੋਧਨ ਹੋਏ ਨੇ ਤੇ ਉਹਨਾਂ ਨੇ ਕੁਝ ਐਲਾਨ ਕੀਤੇ ਆ, ਕੁਝ ਨਵੀਆਂ ਗੱਲਾਂ ਜਿਹੜੀਆਂ ਹੈਗੀਆਂ ਅੱਜ ਸਵੇਰ ਤੋਂ ਹੀ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਸਾਰੇ ਮੀਡੀਆ ਚੈਨਲਸ ਇੱਕੋ ਹੀ ਗੱਲ ਕਰ ਰਹੇ ਸੀ ਕਿ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਰਾਸ਼ਟਰ ਨੂੰ ਸੰਬੋਧਨ ਹੋਣਗੇ। ਲੋਕਾਂ ਦੀ ਯਾਨੀ ਕਿ ਭਾਰਤੀਆਂ ਦੀ ਆਸ ਬੱਝੀ ਹੋਈ ਸੀ ਕਿ ਆਖਰ ਹੋਏਗਾ ਕੀ, ਕਿਹੜੇ ਐਲਾਨ ਐਸੇ ਕੀਤੇ ਜਾਣਗੇ ਜੋ ਕਿ ਨਰਿੰਦਰ ਮੋਦੀ ਹੋਰੀ ਖੁਦ ਅੱਜ ਜਿਹੜਾ ਆਪਣੇ ਮਨ ਦੀ ਆਵਾਜ਼ ਜਿਹੜੀ ਹੈਗੀ ਆ ਮਨ ਕੀ ਬਾਤ, ਇੱਕ ਤਾਂ ਉਹ ਮਨ ਕੀ ਬਾਤ ਕਰਦੇ ਹੁੰਦੇ ਨੇ ਪਰ ਇਹ ਅੱਜ ਅਲੱਗ ਤਰੀਕੇ ਦੇ ਨਾਲ ਉਹ ਇੱਕ ਵਾਰ ਲਾਈਵ ਹੋਏ ਜਿਨ੍ਹਾਂ ਨੇ ਆਪਣੇ ਪੂਰੇ ਰਾਸ਼ਟਰ ਨੂੰ ਸੰਬੋਧਨ ਹੋ ਕੇ ਤੇ 20 ਲੱਖ ਕਰੋੜ ਦਾ ਪੈਕੇਜ ਐਲਾਨ ਦਿੱਤਾ ਉਹਨਾਂ ਨੇ ਤੇ ਹੋਰ ਵੀ ਉਹਨਾਂ ਨੇ ਗੱਲਾਂ ਬਾਤਾਂ ਜਿਹੜੀਆਂ ਕਾਫੀ ਕੀਤੀਆਂ ਹੈਗੀਆਂ ਤੇ ਅੱਜ ਆਪਾਂ ਉਹਦੇ ਉੱਤੇ ਥੋੜੀ ਬਹੁਤੀ ਚਰਚਾ ਕਰਾਂਗੇ। ਆਖਰ ਕੀ ਸੀ ਅੱਜ ਇਹ ਲਾਈਵ ਹੋਣ ਦਾ ਜਾਂ ਰਾਸ਼ਟਰ ਨੂੰ ਸੰਬੋਧਨ ਹੋਣ ਦਾ ਪਰਪਸ ਕੀ ਸੀ, ਉਹਨਾਂ ਦਾ ਮਕਸਦ ਕੀ ਸੀਗਾ ਨਰਿੰਦਰ ਮੋਦੀ ਹੋਰਾਂ ਦਾ। ਜਿੱਥੇ ਲੋਕ ਇਸ ਵੇਲੇ ਭੁੱਖ ਦੇ ਨਾਲ ਵੀ ਮਰ ਰਹੇ ਨੇ, ਕੰਮ ਕਰ ਹੈ ਨਹੀਂ ਹੈ, ਬਹੁਤ ਕੁਝ ਹੋ ਰਿਹਾ, ਸੋ ਸਾਰੇ ਵਿਸ਼ਿਆਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਅਮਨਪ੍ਰੀਤ ਮੇਰੇ ਨਾਲ ਹੈਗੇ ਨੇ। ਅਮਨਪ੍ਰੀਤ, ਅੱਜ ਸਾਰਾ ਆਪਾਂ ਸੁਣ ਰਹੇ ਹਾਂ, ਕਾਫੀ ਦੇਰ ਤੋਂ ਇਹ ਗੱਲ ਦੀ ਚਰਚਾ ਬਣੀ ਹੋਈ ਸੀ ਕਿ ਆਖਰ ਕਰਨਗੇ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਿਹੜੇ ਐਸੇ ਐਲਾਨ ਨੇ ਜਿਹੜੇ ਅੱਜ ਉਹ ਕਰਕੇ ਦੇਸ਼ ਨੂੰ ਸੰਬੋਧਨ ਹੋਏ। ਪਰ 20 ਲੱਖ ਕਰੋੜ ਦਾ ਜਿਹੜਾ ਪੈਕੇਜ ਐਲਾਨ ਦਿੱਤਾ, ਮੈਨੂੰ ਲੱਗਦਾ ਨਹੀਂ ਕਿ ਕੁਝ ਖਾਸ ਲੋਕਾਂ ਦੇ ਪੱਲੇ ਉਹ ਪਾ ਕੇ ਗਏ ਨੇ। ਬਿਲਕੁਲ, ਲੋਕਾਂ ਨੂੰ ਸਭ ਤੋਂ ਪਹਿਲਾਂ ਉਮੀਦ ਦਲਜੀਤ ਇਹ ਸੀਗੀ ਕਿ ਲੋਕਡਾਊਨ ਦੇ ਵਿੱਚ ਰਾਹਤ ਇਸ ਕਦਰ ਮਿਲੇ ਕਿਉਂਕਿ ਹੁਣ ਤੱਕ ਭਾਰਤ ਦੇ ਜਿਹੜੇ ਹਰ ਇੱਕ ਸਟੇਟ ਹੈ, ਉਹਨਾਂ ਦੇ ਜ਼ਿਲ੍ਹੇ ਨੇ, ਡਿਸਟ੍ਰਿਕਟ ਨੇ, ਉਹ ਰੈੱਡ, ਗ੍ਰੀਨ ਅਤੇ ਔਰੇਂਜ ਜ਼ੋਨ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਵੱਖਰੇ ਕਰ ਦਿੱਤੇ ਗਏ ਸੀ। ਹੁਣ ਇਹ ਕਿਹਾ ਜਾ ਰਿਹਾ ਸੀ ਕਿ ਗ੍ਰੀਨ ਜ਼ੋਨ ਵਾਲਾ ਬੰਦਾ ਔਰੇਂਜ ਜ਼ੋਨ 'ਚ ਨਹੀਂ ਜਾਏਗਾ, ਔਰੇਂਜ ਜ਼ੋਨ ਵਾਲਾ ਰੈੱਡ ਜ਼ੋਨ ਦੇ ਵਿੱਚ ਨਹੀਂ ਜਾਏਗਾ ਤੇ ਰੈੱਡ ਜ਼ੋਨ ਇੱਕ ਤਰੀਕੇ ਨਾਲ ਪੂਰੇ ਬਲੌਕ ਰੱਖਿਆ ਗਿਆ। ਤੇ ਮੁੱਖ ਮੰਤਰੀਆਂ ਦੇ ਨਾਲ ਕੀਤੀ ਬੈਠਕ ਦੇ ਵਿੱਚ ਉਹਨਾਂ ਨੂੰ ਉਮੀਦ ਸੀਗੀ ਆਮ ਲੋਕਾਂ ਨੂੰ ਕਿ ਹਾਂ, ਜਿਹੜੇ ਮੁੱਖ ਮੰਤਰੀ ਨੇ, ਸਾਡੇ ਸੂਬੇ ਦੇ ਮੁੱਖ ਮੰਤਰੀ ਨੇ, ਜੇਕਰ ਸਾਡਾ ਮੁੱਦਾ ਅੱਜ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਤੇ ਹੋ ਸਕਦਾ ਹੈ ਕਿ ਥੋੜੀ ਰਾਹਤ ਜ਼ਰੂਰ ਮਿਲੇ, ਸਾਨੂੰ ਥੋੜੀ ਛੂਟ ਮਿਲੇ ਤਾਂ ਜੋ ਕਿ ਅਸੀਂ ਇਸ ਸਥਿਤੀ ਦੇ ਵਿੱਚ ਰਹਿੰਦਿਆਂ ਹੋਇਆਂ ਆਪਣਾ ਕਾਰੋਬਾਰ ਅਸੀਂ ਚਲਾ ਸਕੀਏ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਭਾਰਤ ਦੇ ਇਤਿਹਾਸ ਨੂੰ, ਭਾਰਤ ਦੇ ਉਸ ਛਵੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਿਸ ਤਰੀਕੇ ਕਿ ਹਾਂ, ਭਾਰਤ ਹਰ ਵਿਵਸਥਾ ਦੇ ਲਈ ਡਟਦਾ, ਖੜਦਾ ਅਤੇ ਉਸ ਤੋਂ ਉੱਭਰ ਕੇ ਬਾਹਰ ਆਉਂਦਾ। ਲੇਕਿਨ ਉਸ ਦੇ ਵਿੱਚ ਕਿਤੇ ਇਹ ਨਜ਼ਰ ਨਹੀਂ ਆਇਆ ਕਿ ਆਮ ਲੋਕਾਂ ਦੇ ਲਈ, ਇੱਕ ਇੰਡੀਵਿਜੂਅਲ ਦੇ ਲਈ ਜੇਕਰ ਪ੍ਰਧਾਨ ਮੰਤਰੀ ਕੁਝ ਕਹਿੰਦੇ ਜਾਂ ਹਾਂ ਕਿਸੇ ਘਟਨਾ ਨੂੰ ਲੈ ਕੇ ਨਿੰਦਾ ਵੀ ਜੇਕਰ ਕਰਦੇ ਤਾਂ ਉਸ ਦੇ ਲਈ ਇਹ ਹੁੰਦਾ ਕਿ ਹਾਂ, ਪ੍ਰਧਾਨ ਮੰਤਰੀ ਇੰਨਾ ਕੁ ਇਸ ਵੇਲੇ ਚਿੰਤਤ ਨੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜੋ ਘਟਨਾਵਾਂ ਹੋ ਰਹੀਆਂ ਨੇ, ਜੋ ਹੋਣੀਆਂ ਨਹੀਂ ਚਾਹੀਦੀਆਂ ਸੀ, ਅਸੀਂ ਬਾਕੀ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਜਿਸ ਵੇਲੇ ਤੁਲਨਾ ਕਰਦੇ ਹਾਂ, ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਚਿੰਤਾ ਜ਼ਾਹਿਰ ਕੀਤੀ ਜਾਂਦੀ ਹੈ, ਉਹੋ ਜੀ ਚਿੰਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜ਼ਾਹਿਰ ਕੀਤੀ ਹੈ। ਲੇਕਿਨ ਇਸ ਵੇਲੇ ਗੱਲ ਇਹ ਯਾਦ ਕਰਵਾਉਣਾ ਕਿ ਭਾਰਤ ਨੇ ਪ੍ਰਾਪਤੀਆਂ ਕੀ ਕੁਝ ਕੀਤੀਆਂ ਨੇ, ਭਾਰਤ ਨੇ ਦੁਨੀਆ ਨੂੰ ਕੀ ਕੁਝ ਦਿੱਤਾ ਹੈ, ਉਸ ਦੀ ਉਸ ਵੇਲਾ ਨਹੀਂ ਹੈਗਾ, ਇਹ ਸਮਾਂ ਨਹੀਂ ਹੈ, ਸਮਾਂ ਘਟਣ ਚੱਲ ਰਿਹਾ ਹੈ। ਇਹ ਯਾਦ ਕਰਵਾਉਣਾ ਕਿ ਭਾਰਤ ਨੇ ਯੋਗਾ ਡੇ ਸ਼ੁਰੂ ਕਰਵਾਇਆ, ਯੂਐਨਓ ਦੇ ਨਾਲ ਗੱਲਬਾਤ ਕਰਕੇ ਪੂਰੀ ਦੁਨੀਆ ਯੋਗਾ ਕਰਦੀ ਹੈ, ਬਿਲਕੁਲ ਠੀਕ ਗੱਲ ਹੈ। ਅੱਜ ਉਸੇ ਯੋਗਾ ਦੇ ਸਦਕਾ ਲੋਕ ਠੀਕ ਵੀ ਹੋ ਰਹੇ ਨੇ, ਲੋਕ ਚਾਹ ਰਹੇ ਨੇ ਕਿ ਅਸੀਂ ਇਸ ਬਿਮਾਰੀ ਤੋਂ ਦੂਰ ਰਹੀਏ। ਉਸ ਤੋਂ ਇਲਾਵਾ ਅੱਜ ਪ੍ਰਧਾਨ ਮੰਤਰੀ ਨੇ ਆਪਣੇ ਸ਼ੁਰੂਆਤੀ ਸਪੀਚ ਦੇ ਪਹਿਲੇ 2 ਤੋਂ 4 ਮਿੰਟ ਦੇ ਵਿੱਚ ਇਹ ਕਹਿ ਦਿੱਤਾ ਕਿ ਭਾਰਤ ਨੇ ਅੱਜ ਦੇ ਦਿਨ, ਇਹਨਾਂ ਦਿਨਾਂ ਦੇ ਵਿੱਚ ਜੋ ਕੰਮ ਪਹਿਲਾਂ ਨਹੀਂ ਕੀਤੇ ਸੀ, PPE ਕਿਟਸ ਤਿਆਰ ਕਰਵਾਉਣੀਆਂ, ਭਾਰਤ ਦੇ ਵਿੱਚ ਉਸ ਦਾ ਨਿਰਮਾਤ ਨਹੀਂ ਬਣਦੀਆਂ ਸਨ, ਜਾਂ ਮਾਸਕ 95 ਨਹੀਂ ਬਣਦਾ ਸੀ, ਉਹ ਸਰਕਾਰ ਦੱਸ ਸਕਦੀ ਹੈ ਕਿਹਨਾਂ ਕਾਰਨਾਂ ਕਰਕੇ, ਕਿਹਨਾਂ ਇੰਟਰਨੈਸ਼ਨਲ ਪ੍ਰੈਸ਼ਰ ਕਰਕੇ ਨਹੀਂ ਬਣਦਾ ਸੀ ਉਹ ਸਭ ਕੁਝ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਇਹ ਵੀ ਸਵਾਲ ਖੜਾ ਹੁੰਦਾ ਕਿ ਜੇਕਰ ਇਹ ਭਾਰਤ ਨੂੰ ਓਪਰਚੁਨਿਟੀ ਮਿਲੀ ਤਾਂ ਕੀ ਅਸੀਂ ਉਸ ਓਪਰਚੁਨਿਟੀ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰ ਪਾ ਰਹੇ ਹਾਂ। ਪ੍ਰਧਾਨ ਮੰਤਰੀ ਕਹਿ ਕੇ ਗਏ ਨੇ ਕਿ ਅਸੀਂ 2 ਲੱਖ ਦੇ ਕਰੀਬ ਇਹ ਸਾਰਾ ਸਮਾਨ ਰੋਜ਼ਾਨਾ ਤਿਆਰ ਕਰਦੇ ਹਾਂ। 2 ਲੱਖ ਕਾਫੀ ਵੱਡੀ ਗਿਣਤੀ ਹੈ ਜੋ ਸਮਾਨ ਤਿਆਰ ਹੋ ਰਿਹਾ, ਕਿ ਹਸਪਤਾਲਾਂ ਤੱਕ ਪਹੁੰਚ ਪਾ ਰਹੇ ਹਾਂ। ਅਸੀਂ ਕਸ਼ਮੀਰ ਦੇ, ਅਸੀਂ ਉੜੀਸਾ ਦੇ, ਇੱਥੋਂ ਤੱਕ ਕਿ ਪੰਜਾਬ ਦੀ ਗੱਲ ਕਰਦੇ ਹਾਂ ਜਿੱਥੋਂ ਦੇ ਆਮ ਲੋਕ ਇਹ ਗੱਲ ਕਹਿ ਰਹੇ ਨੇ ਕਿ ਹਸਪਤਾਲਾਂ ਤੋਂ ਬਾਹਰ ਆ ਕੇ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨੂੰ, ਉਹਨਾਂ ਦੀਆਂ ਨਰਸਿਸ ਨੂੰ ਧਰਨਾ ਪ੍ਰਦਰਸ਼ਨ ਦੇਣਾ ਪੈ ਰਿਹਾ 1-1 ਘੰਟੇ ਦਾ ਕਿ ਹਾਂ, ਸਾਨੂੰ ਸਾਰੀਆਂ ਸਹੂਲਤਾਵਾਂ ਦਿੱਤੀਆਂ ਜਾਣ। ਪ੍ਰਧਾਨ ਮੰਤਰੀ ਇੱਥੇ ਤੱਕ ਆ ਕੇ ਇਹ ਤਾਂ ਕਹਿ ਗਏ ਕਿ ਅਸੀਂ 20 ਲੱਖ ਕਰੋੜ ਰੁਪਏ ਦਾ, ਇਹ ਭਾਰਤ ਦੀ ਕੁੱਲ GDP ਦਾ 10% ਹਿੱਸਾ ਬਣਦਾ, 20 ਲੱਖ ਕਰੋੜ। ਬ੍ਰਿਟੇਨ ਜੇਕਰ 15% ਦੇ ਰਿਹਾ ਤੇ ਭਾਰਤ ਵਰਗੀ ਡਿਵੈਲਪਿੰਗ ਕੰਟਰੀ ਦਾ ਆਪਣਾ 10% ਦੇਣਾ, ਇਹ ਕਾਫੀ ਵੱਡੀ ਗੱਲ ਹੈਗੀ ਹੈ। ਹਾਂ, ਸਰਕਾਰ ਨੇ ਇਸ ਤੋਂ ਪਹਿਲਾਂ 1,07,000 ਕਰੋੜ ਦਾ ਵੀ ਇੱਕ ਵੱਖਰਾ ਆਪਣਾ ਪੈਕੇਜ ਦਿੱਤਾ ਸੀ। ਉਸ ਪੈਕੇਜ ਦੀਆਂ ਸਹੂਲਤਾਵਾਂ ਆਮ ਲੋਕਾਂ ਨੂੰ ਕਿੰਨੀ ਕੁ ਮਿਲੀਆਂ, ਇਹ ਹਲੇ ਜਸਟੀਫਾਈ ਹੋਣਾ ਬਾਕੀ ਹੈ। ਅਮਨਪ੍ਰੀਤ, ਇੱਥੇ ਹੁਣ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਕਰੋਨਾ ਵਾਇਰਸ ਜਦੋਂ ਆਪਾਂ ਕਹਿ ਲਈਏ ਸ਼ੁਰੂਆਤ ਸੀ ਇਹਦੀ, ਉਹਨਾਂ ਦਿਨਾਂ ਦੇ ਵਿੱਚ ਕਾਫੀ ਸਾਰੇ ਦੇਸ਼ ਹੈਗੇ ਨੇ ਜਿਨ੍ਹਾਂ ਨੇ ਆਪਣੇ ਪੈਕੇਜ ਐਲਾਨ ਦਿੱਤੇ ਸੀ।
ਜੇ ਹੁਣ ਆਪਾਂ ਯੂਕੇ ਦੀ ਗੱਲ ਕਰੀਏ ਜਾਂ ਹੋਰ ਯੂਰਪ ਦੀ ਗੱਲ ਕਰ ਲਈਏ, ਇਟਲੀ ਦੇ ਵੱਲੋਂ ਵੀ ਜਿਹੜੇ ਐਲਾਨ ਦਿੱਤੇ ਗਏ ਸੀ, ਕਾਫੀ ਵੱਡੇ ਐਲਾਨ ਆਮ ਲੋਕਾਂ ਵਾਸਤੇ ਵੀ ਕੀਤੇ ਗਏ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਗੱਲ ਕਰੀਏ, ਰਾਸ਼ਟਰਪਤੀ ਟਰੰਪ ਵੱਲੋਂ ਬਹੁਤ ਸਾਰੇ ਲੋਕਾਂ ਵਾਸਤੇ, ਜਿਹੜੇ ਆਮ ਲੋਕ ਹੈਗੇ ਨੇ ਜਿਨ੍ਹਾਂ ਦੇ ਉੱਤੇ ਪ੍ਰਭਾਵ ਪੈਣਾ ਸੀਗਾ ਇਹਦਾ ਕਰੋਨਾ ਵਾਇਰਸ ਦਾ, ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਵੀ ਆਉਣੇ ਸ਼ੁਰੂ ਹੋ ਗਏ। ਸੋ ਸਾਰਾ ਕੁਝ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਆਲਮੋਸਟ ਕੰਪਲੀਟ ਕਰ ਚੁੱਕੇ ਨੇ ਉਹ। ਪਰ ਜੇ ਹੁਣ ਆਪਾਂ ਭਾਰਤ ਦੀ ਗੱਲ ਕਰੀਏ, ਜਿੱਥੇ ਆਪਾਂ ਇਹ ਦੇਖਦੇ ਹਾਂ ਕਿ ਤੀਸਰਾ ਚੌਥਾ ਪੜਾਅ ਕਰੋਨਾ ਵਾਇਰਸ ਦਾ, ਹੁਣ ਹਜੇ ਪੈਕੇਜ ਐਲਾਨ ਹੋ ਰਿਹਾ ਤੇ ਤੁਹਾਨੂੰ ਲੱਗਦਾ ਨਹੀਂ ਕਿ ਵੰਡਣ ਲੱਗਿਆ ਇਹਨਾਂ ਨੂੰ 6 ਮਹੀਨੇ ਹੋਰ ਲੱਗ ਜਾਣਗੇ। ਹੁਣ ਆਪਾਂ ਸਟੇਟ ਲੈਵਲ ਦੀ ਜੇ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨ ਹੀ ਕਹਿ ਚੁੱਕੇ ਆ ਕਿ ਸਾਡੀ ਜਿਹੜੀ ਕਰੋਨਾ ਦੇ ਨਾਲ ਲੜਨ ਵਾਸਤੇ ਜਿਹੜਾ ਮੁਆਵਜ਼ਾ ਜਿਹੜਾ ਸਾਨੂੰ ਦੇਣਾ ਸੀਗਾ ਉਹਨਾਂ ਨੇ ਫੰਡ, ਉਹ ਬਿਲਕੁਲ ਨਹੀਂ ਦਿੱਤਾ ਹੈਗਾ। ਉੱਥੇ ਹੀ ਹਰਸਿਮਰਤ ਕੌਰ ਬਾਦਲ ਬਾਰ-ਬਾਰ ਕਹਿ ਰਿਹਾ ਕਿ ਉਹ ਦਿੱਤਾ ਗਿਆ, ਸਮਥਿੰਗ 3000 ਕੁਝ ਇਸ ਤਰ੍ਹਾਂ ਕਰੋੜ ਸੀਗਾ ਉਹ। ਤੇ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਕਿ ਸਾਨੂੰ ਕੁਝ ਨਹੀਂ ਦਿੱਤਾ ਗਿਆ, ਇਹਦਾ ਮਤਲਬ ਹੈ ਕਿ ਕਿਸੇ ਵੀ ਸਟੇਟ ਨੂੰ ਹਜੇ ਤੱਕ ਕੋਈ ਵੀ ਕੇਂਦਰ ਵੱਲੋਂ ਜਿਹੜਾ ਫੰਡ ਨਹੀਂ ਦਿੱਤਾ ਗਿਆ। ਸੋ ਉਹਦੇ ਕਰਕੇ ਹੀ ਅੱਜ 70000 ਕੇਸ ਹੋ ਗਏ ਆ। ਇਹਦੇ ਬਾਰੇ ਆਪਾਂ ਵੀ ਜਿਹੜਾ ਗੱਲਬਾਤ ਇਹ ਜਿਹੜਾ ਫੰਡ ਦਿੱਤਾ ਜਾ ਰਿਹਾ, ਇਸ ਫੰਡ ਦੇ ਵਿੱਚ ਇਹ ਨਿਰਧਾਰਿਤ ਨਹੀਂ ਕੀਤਾ ਜਾ ਰਿਹਾ ਕਿ ਇਹ ਫੰਡ ਆਮ ਲੋਕਾਂ ਦੇ ਖਾਤਿਆਂ ਦੇ ਵਿੱਚ ਲੋੜਵੰਦ ਪਰਿਵਾਰਾਂ ਤੱਕ ਪਹੁੰਚੇਗਾ ਜਾਂ ਨਹੀਂ। ਇੱਥੇ ਇਹ ਸਰਕਾਰ ਨਹੀਂ ਕਹਿ ਰਹੀ, ਇਹ ਕਹਿ ਰਹੀ ਹੈ ਬੁਨਿਆਦੀ ਸਹੂਲਤਾਂ ਨੂੰ ਠੀਕ ਕਰਨ ਦੇ ਵਿੱਚ ਹੀ ਇਹ ਹੁਣ ਤੱਕ ਸਰਕਾਰਾਂ ਨੂੰ ਦਿੱਤਾ ਗਿਆ ਫੰਡ ਵਰਤਿਆ ਜਾਏਗਾ। ਹਾਂ, ਕੁਝ ਸਰਕਾਰਾਂ ਨੇ, ਯੂਪੀ ਦੀ ਸਰਕਾਰ ਹੈ, ਮਹਾਰਾਸ਼ਟਰ ਦੀ ਸਰਕਾਰ ਹੈ, ਉਸ ਤੋਂ ਇਲਾਵਾ ਝਾਰਖੰਡ ਦੀ ਸਰਕਾਰ ਹੈ, ਜਿਨ੍ਹਾਂ ਨੇ ਆਪਣੇ ਉੱਥੇ ਮਨਰੇਗਾ ਸਕੀਮ ਦੇ ਅਧੀਨ ਜਿਹੜੇ ਵਰਕਰ ਆਉਂਦੇ ਸੀ ਉਹਨਾਂ ਨੂੰ ਪੈਸੇ ਪਵਾਏ ਨੇ ਖਾਤਿਆਂ ਦੇ ਵਿੱਚ। ਲੇਕਿਨ ਉਹ ਇੰਨੇ ਕੁ ਨਹੀਂ ਸੀਗੇ ਕਿ ਜਿਸ ਦੇ ਨਾਲ ਜਿੰਨੇ ਕੁ ਪੈਸੇ ਪਵਾਏ ਗਏ ਸੀ ਉਹ ਸਿਰਫ ਹੋ ਸਕਦਾ ਉਹਨਾਂ ਦੀ 2 ਮਹੀਨੇ ਦੀ ਕਮਾਈ ਦਾ ਸਿਰਫ 25% ਹੋਏ। 2 ਮਹੀਨੇ ਦੀ ਕਮਾਈ ਦਾ 25% ਮੈਂ ਕਹਿ ਰਿਹਾ। ਤੇ ਅੱਜ ਅਸੀਂ ਗੱਲ ਕਰਦੇ ਹਾਂ 20 ਲੱਖ ਕਰੋੜ ਦੇ ਪੈਕੇਜ ਦੀ, ਤਾਂ ਉਸ ਦੇ ਵਿੱਚ ਪ੍ਰਧਾਨ ਮੰਤਰੀ ਕਹਿ ਕੇ ਗਏ ਨੇ ਲੈਂਡ ਲਿਕੁਇਡਿਟੀ, ਮਤਲਬ ਕਿ ਜ਼ਮੀਨੀ ਪੱਧਰ ਦੇ ਉੱਤੇ ਜਿਨ੍ਹਾਂ ਸਹੂਲਤਾਵਾਂ ਦੀ ਲੋੜ ਹੋਏਗੀ ਉੱਥੇ ਅਸੀਂ ਇਹਨਾਂ ਪੈਸੇ ਦੀ ਵਰਤੋਂ ਕਰਨੀ ਹੈ। ਆਮ ਲੋਕਾਂ ਦੇ ਲਈ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ ਹੈ, ਇਹ ਫਾਈਨੈਂਸ਼ੀਅਲੀ ਸਪੋਰਟ ਤਦ ਹੀ ਹੋ ਸਕਦਾ ਜਦ ਉਹਨਾਂ ਨੂੰ ਕੰਮ ਦੇ ਉੱਤੇ ਜਾਣ ਦੀ ਇਜਾਜ਼ਤ ਹੋਏ। ਆਮ ਹੈ, ਅਸੀਂ ਇੰਨਾ ਕਿ ਇਸ ਤੋਂ ਸਰਲ ਤਰੀਕੇ ਨਾਲ ਨਹੀਂ ਸਮਝਾ ਸਕਦੇ ਆਪਣੇ ਦਰਸ਼ਕਾਂ ਨੂੰ ਕਿ ਜੇਕਰ ਸਰਕਾਰ ਕਹਿੰਦੀ ਹੈ ਕਿ ਸਾਨੂੰ ਪੈਸਿਆਂ ਦੀ ਲੋੜ ਹੈ, ਸਾਡੀ ਇਸ ਵੇਲੇ ਆਮਦਨ ਘਟ ਰਹੀ ਹੈ ਤੇ ਸਾਨੂੰ ਪੈਸਾ ਚਾਹੀਦਾ, ਉਹ ਅਸੀਂ ਆਪਣੇ ਇਹ ਵਸੀਲੇ ਖੋਲਾਂਗੇ, ਲੋਕ ਖਰਚਾ ਕਰਨਗੇ ਤਾਂ ਹੀ ਉਹ ਪੈਸਾ ਸਾਡੇ ਕੋਲ ਆਏਗਾ। ਤੇ ਜਿਹੜੇ ਲੋਕ ਖਰਚਾ ਕਰ ਰਹੇ ਨੇ ਉਹ ਖਰਚਾ ਆਪਣੀ ਸੇਵਿੰਗਸ ਦੇ ਵਿੱਚੋਂ ਹੀ ਕਰ ਰਹੇ ਨੇ, ਕਿਉਂਕਿ ਉਹਨਾਂ ਲੋਕਾਂ ਦੇ ਲਈ ਵੀ ਹਲੇ ਕੋਈ ਆਮਦਨ ਦਾ ਸਾਧਨ ਬਿਲਕੁਲ ਬੰਦ ਹੈਗਾ। ਤੇ ਸਰਕਾਰ ਜੇਕਰ ਇਹ ਚਾਹੇ ਕਿ ਲੋਕ ਆਪਣੀ ਸੇਵਿੰਗਸ ਦੇ ਵਿੱਚੋਂ ਹੀ ਸਰਕਾਰ ਦਾ ਟੈਕਸ ਭਰਨ ਤੇ ਉਹਨਾਂ ਦੀ ਆਮਦਨ ਹਲੇ ਸਿਫਰ ਹੈ, ਤਾਂ ਇਹ ਕੁਝ ਇਕਨੋਮਿਕਲੀ ਸਮਝ ਦੇ ਬਾਹਰ ਹੈਗਾ। ਲੇਕਿਨ ਹਾਂ, ਕੁਝ ਇਕਨੋਮਿਸਟ ਨੇ ਜੋ ਮੰਨ ਰਹੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਭਾਰਤ ਦੇ ਐਫਰਟਸ ਕਾਫੀ ਜ਼ਿਆਦਾ ਚੰਗੇ ਰਹੇ ਨੇ, ਕਿਉਂਕਿ ਜੇਕਰ ਮੰਨੀਏ ਕਿ ਅੱਜ ਜਿੰਨੇ ਕੇਸਿਸ ਭਾਰਤ ਦੇ ਵਿੱਚ ਨੇ, ਜਿਸ ਵੇਲੇ ਇੰਨੇ ਹੀ ਕੇਸਿਸ ਯੂਕੇ ਦੇ ਵਿੱਚ ਸੀਗੇ ਤਾਂ ਉਸ ਵੇਲੇ 15000 ਲੋਕਾਂ ਦੀ ਮੌਤ ਯੂਕੇ ਦੇ ਵਿੱਚ ਹੋ ਚੁੱਕੀ ਸੀ, ਤੇ ਜਿੱਥੇ ਇਸ ਵੇਲੇ ਭਾਰਤ ਦਾ ਅੰਕੜਾ ਤਕਰੀਬਨ 2300 ਦੇ ਨੇੜੇ ਹੈ। 31% ਲੋਕ ਰਿਕਵਰ ਹੋ ਰਹੇ ਨੇ, ਜਿਸ ਨੂੰ ਚੰਗਾ ਅੰਕੜਾ ਕਿਹਾ ਜਾ ਸਕਦਾ ਹੈ ਬਾਕੀ ਏਸ਼ੀਅਨ ਦੇਸ਼ਾਂ ਦੇ ਨਾਲ ਜੇਕਰ ਇਸ ਨੂੰ ਮਿਲਾ ਕੇ ਵੇਖੀਏ। ਪਰ ਇੱਥੇ ਅਮਨਪ੍ਰੀਤ ਇਹ ਵੀ ਆਪਾਂ ਗੱਲ ਕਹਿ ਸਕਦੇ ਹਾਂ, ਜੇ ਮੌਤਾਂ ਦੀ ਦਰ ਘੱਟ ਹੈਗੀ ਆ, ਪਰ ਜੇ ਜਦੋਂ ਆਪਾਂ 70000 ਕੇਸਾਂ ਦੀ ਵੀ ਗੱਲ ਕਰਦੇ ਹਾਂ ਤਾਂ ਇੱਕ ਵੱਡੀ ਆਪਾਂ ਕਹਿ ਲਈਏ ਪਿਛਲੇ 15 ਦਿਨਾਂ ਦੇ ਵਿੱਚ ਇਹ ਉਛਾਲ ਜਿਹੜਾ ਕੇਸਾਂ ਦੇ ਵਿੱਚ ਵੀ ਆਇਆ। ਹੁਣ ਮੌਤਾਂ ਦੀ ਦਰ ਘਟਣੀ ਜਾਂ ਵਧਣੀ, ਇਹ ਮੈਨੂੰ ਲੱਗਦਾ ਕਿ ਇੱਕ ਖਿੱਤੇ ਦੇ ਉੱਤੇ ਡਿਪੈਂਡ ਕਰਦਾ ਕਿ ਜਿਵੇਂ ਹੁਣ ਪਾਕਿਸਤਾਨ ਵੀ ਆਪਾਂ ਲੈ ਲਈਏ, ਸੋ ਆਪਾਂ ਬਿਲਕੁਲ ਨਾਲ ਸਰਹੱਦਾਂ ਲੱਗਦੀਆਂ ਹੋਣ ਕਰਕੇ ਮੌਤਾਂ ਦੀ ਜਿਹੜੇ ਅੰਕੜਾ ਉੱਥੇ ਵੀ ਘੱਟ ਹੈਗਾ। ਸੋ ਆਪਾਂ ਕਿਤੇ ਨਾ ਕਿਤੇ ਕਹਿ ਲਈਏ ਇੱਕ ਖਿੱਤਾ ਹੋ ਸਕਦਾ ਹੈ, ਉੱਥੋਂ ਦੇ ਲੋਕਾਂ ਦੀ ਆਪ ਰਹਿਣੀ ਸਹਿਣੀ ਵੀ ਹੋ ਸਕਦੀ ਹੈ, ਉਹਨਾਂ ਦੇ ਸਰੀਰਕ ਬਣਤਰ ਕਿਹੋ ਜਿਹੀ, ਉਹਨਾਂ ਦੇ ਜੀਨਸ ਕਿਹੋ ਜਿਹੇ ਨੇ। ਸੋ ਇਹ ਵੀ ਇੱਥੇ ਗੱਲ ਜਿਹੜੀ ਮੰਨੀ ਜਾ ਸਕਦੀ ਹੈ। ਪਰ ਹੁਣ ਜੇ ਆਪਾਂ ਗੱਲ ਕਰਦੇ ਹਾਂ 70000 ਅੱਜ ਕੇਸ ਹੋ ਗਿਆ, ਹੁਣ ਆਪਾਂ ਜਿਹੜੀਆਂ ਕਰਫਿਊ ਦੇ ਵਿੱਚ ਜਾਂ ਲਾਕਡਾਊਨ ਦੇ ਵਿੱਚ ਛੋਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਹੁਣ ਦੁਕਾਨਾਂ ਜਿਹੜੀਆਂ ਸਵੇਰੇ 9 ਤੋਂ 3 ਵਜੇ ਤੱਕ ਕਰ ਦਿੱਤੀਆਂ ਗਈਆਂ, ਜਿਹੜੇ ਸ਼ਰਾਬ ਦੇ ਠੇਕੇ ਹੈਗੇ ਉਹਨਾਂ ਨੂੰ ਖੋਲ ਦਿੱਤਾ ਗਿਆ। ਜਦ ਕਿ ਜਦੋਂ ਇਹਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਭਾਰਤ ਦੇ ਵਿੱਚ, ਜਦੋਂ ਕਰੋਨਾ ਵਾਇਰਸ ਦੇ ਕੁਝ ਕੇਸ ਜਿਹੜੇ ਆ ਬਾਹਰ ਆਉਂਦੇ ਆ, ਉਸ ਵੇਲੇ ਸਖਤਾਈ ਦੇ ਨਾਲ ਲਾਕਡਾਊਨ ਕੀਤਾ ਗਿਆ, ਪੁਲਿਸ ਵੱਲੋਂ ਕੁੱਟਮਾਰ ਵੀ ਕੀਤੀ ਗਈ ਹੈ ਪੰਜਾਬ 'ਚ, ਇਹ ਤੁਸੀਂ ਜਾਣਦੇ ਹੋ। ਪਰ ਹੁਣ ਜਦੋਂ ਕੇਸਿਸ ਵੱਧਦੇ ਜਾ ਰਹੇ ਨੇ, ਕੇਸਿਸ ਵਧਣ ਦੇ ਨਾਲ ਜਿਹੜੀਆਂ ਕਰਫਿਊ ਦੇ ਵਿੱਚ ਛੋਟਾਂ ਦੇ ਦਿੱਤੀਆਂ ਗਈਆਂ, ਟ੍ਰੇਨਾਂ ਚਲਾ ਦਿੱਤੀਆਂ ਗਈਆਂ। ਹੁਣ ਆਪਾਂ ਇਹ ਸਾਰਾ ਜਿਹੜਾ ਲੈ ਕੇ ਜਦੋਂ ਚੱਲਦੇ ਹਾਂ ਤਾਂ ਫਿਰ ਇਹਦੇ ਵਿੱਚ ਆਪਾਂ ਇਹ ਵੀ ਕਹਿ ਦਿੰਦੇ ਹਾਂ, ਜਿੱਦਾਂ ਤੁਸੀਂ ਹੁਣ ਗੱਲ ਕਰ ਰਹੇ ਹੋ ਕਿ ਭਾਰਤ ਦੇ ਐਫਰਟਸ ਵਧੀਆ ਨੇ, ਆਪਾਂ ਇੱਥੇ ਕਹਿੰਦੇ ਨੇ ਇਲਾਜ ਤਾਂ ਹਜੇ ਫਿਲਹਾਲ ਜਿਹੜਾ ਕਰੋਨਾ ਵਾਇਰਸ ਦਾ ਆਇਆ ਨੇ, ਜਿਹੜੇ ਆਮ ਹਸਪਤਾਲਾਂ ਦੇ ਵਿੱਚ ਹੈਗਾ, ਸਿਰਫ ਉਹਨੂੰ ਜਿਹੜੀ ਆ ਪ੍ਰੀਵੈਂਸ਼ਨ ਕੀਤੀ ਜਾਂਦੀ ਹੈ, ਥੋੜਾ ਬਹੁਤਾ ਰੱਖ ਕੇ ਉਹਨਾਂ ਨੂੰ ਕੀਤਾ ਜਾਂਦਾ। ਹੁਣ PPI ਕਿੱਟਾਂ ਦੀ ਤੁਸੀਂ ਗੱਲ ਕੀਤੀ ਹੈ, ਉਹ ਹੁਣ ਬਣਨੀਆਂ ਸ਼ੁਰੂ ਹੋਈਆਂ, ਜੋ ਕਿ ਆਉਣ ਵਾਲੇ 10-15 ਦਿਨਾਂ ਤੱਕ ਮੈਨੂੰ ਲੱਗਦਾ ਕਿ ਸਾਡੇ ਡਾਕਟਰਸ ਕੋਲ ਪਹੁੰਚ ਜਾਣਗੀਆਂ। N95 ਜਿਹੜੇ ਹੈਗੇ ਉਹ ਕਾਫੀ ਦੇਰ ਨਾਲ ਆਉਣਗੇ, ਪਰ ਇਲਾਜ ਖੋਣੋਂ ਤਾਂ ਆਪਾਂ ਫਿਰ ਉੱਥੇ ਦੇ ਉੱਥੇ ਹੀ ਆ, ਮੇਰਾ ਖਿਆਲ ਹੈਗਾ। ਮੌਤਾਂ ਦੀ ਦਰ ਤੋਂ ਆਪਾਂ ਇਹ ਮੈਨੂੰ ਲੱਗਦਾ ਕਿ ਆਪਾਂ ਹਿਸਾਬ ਕਿਤਾਬ ਲਾ ਨਹੀਂ ਸਕਦੇ, ਕਿਉਂਕਿ ਇਸ ਬਿਮਾਰੀ ਨੇ ਜਿੱਥੇ ਇਹ ਸਮਝਾ ਦਿੱਤਾ ਹੈ ਕਿ ਸਾਡੇ ਜੇਕਰ ਤਿਆਰੀਆਂ ਨਹੀਂ ਹੈਗੀਆਂ ਕਿਸੇ ਵੀ ਆਪਦਾ ਨੂੰ ਲੈ ਕੇ, ਤਾਂ ਅਸੀਂ ਫੇਲ ਹੈਗੇ ਆ ਹਰ ਇੱਕ ਸਿਚੁਏਸ਼ਨ ਦੇ ਉੱਤੇ ਜਿੱਥੇ ਅਸੀਂ ਆਪਣੀ ਪਿੱਠ
ਖੁਦ ਹੀ ਥੱਪੜ ਲਈਏ। ਤੇ ਇਹ ਹੁਣ ਸਮਝਣ ਦੀ ਕੋਸ਼ਿਸ਼ ਕਰੀ ਜੇਕਰ ਭਾਰਤ ਦੇ ਵਿੱਚ 70,000 ਇਹ ਕੇਸਿਸ ਹਲੇ ਵੱਧ ਰਹੇ ਨੇ ਤੇ ਉਸ ਤੋਂ ਇਲਾਵਾ ਗੱਲ ਕੀਤੀ ਜਾਏ ਬਾਕੀ ਵੱਧ ਰਹੇ ਲਗਾਤਾਰ ਕੇਸਿਸ ਦੀ, ਤਦ ਵੀ ਇਹ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਹੁਣ ਜੇਕਰ ਸਰਕਾਰ ਨੇ ਟ੍ਰੇਨਾਂ ਨੂੰ ਅਲਾਉ ਕਰ ਦਿੱਤਾ ਕਿ 15 ਟ੍ਰੇਨਾਂ ਚਾਲੂ ਕੀਤੀਆਂ ਗਈਆਂ ਨੇ ਜੋ ਆਣਗੀਆਂ ਵਾਪਸ ਤੇ ਰਾਜਧਾਨੀ ਦਿੱਲੀ ਤੋਂ ਜਾਂ ਹੋਰ ਬਾਕੀ ਸਟੇਟਸ ਦੀ ਕੈਪੀਟਲ ਦੇ ਲਈ, ਤਾਂ ਉੱਥੇ ਇਹ ਵੇਖਿਆ ਜਾਏ ਕਿ ਸੋਸ਼ਲ ਡਿਸਟੈਂਸਿੰਗ ਟ੍ਰੇਨ ਦੇ ਵਿੱਚ ਹਲੇ ਵੀ ਉੱਥੇ ਪਾਲਣਾ ਨਹੀਂ ਕੀਤੀ ਜਾ ਰਹੀ। ਟ੍ਰੇਨ ਦੇ ਅਧਿਕਾਰੀ ਦੇ ਨਾਲ ਜੋ IRCTC ਦੇ ਜੋ ਮੁੱਖ ਚੀਫ ਨੇ, ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਅਸੀਂ ਕਿਸੇ ਵੀ ਟ੍ਰੇਨ ਦੇ ਬੋਗੀ ਨੂੰ ਓਵਰਬੁੱਕ ਨਹੀਂ ਕਰ ਰਹੇ, ਅਸੀਂ ਸਿਰਫ ਉਨੀਆਂ ਹੀ ਟਿਕਟਾਂ ਬੁੱਕ ਕਰ ਰਹੇ ਹਾਂ ਜੋ ਇੱਕ ਬੋਗੀ ਦੇ ਵਿੱਚ 80 ਤੋਂ 82 ਜੇਕਰ ਸੀਟਾਂ ਨੇ ਉਨੀਆਂ ਹੋ ਰਹੀਆਂ ਨੇ। ਰੂਲਸ ਇੰਟਰਨੈਸ਼ਨਲ ਕਹਿੰਦੇ ਨੇ ਤੁਹਾਨੂੰ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨੀ ਹੈ, ਯਾਨੀ ਕਿ ਅਗਰ 80 ਸੀਟਾਂ ਸੀਗੀਆਂ ਤਾਂ ਤੁਹਾਨੂੰ ਤਕਰੀਬਨ ਇੱਕ ਬੋਗੀ ਦੇ ਵਿੱਚ ਮੈਕਸਿਮਮ 35 ਲੋਕਾਂ ਨੂੰ ਭੇਜਣ ਦੀ ਇਜਾਜ਼ਤ ਸੀ, ਲੇਕਿਨ ਉੱਥੇ ਇਹ ਸਾਰੀ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਕਿਹਾ ਇਹ ਜਾ ਰਿਹਾ ਕਿ ਅਸੀਂ ਰੇਲਵੇ ਸਟੇਸ਼ਨ ਦੇ ਉੱਤੇ ਸਹੀ ਤਰੀਕੇ ਦੇ ਨਾਲ ਲੋਕਾਂ ਦੀ ਚੈਕਿੰਗ ਕਰ ਰਹੇ ਹਾਂ, ਕਿਸੇ ਤਰੀਕੇ ਨਾਲ ਲੋਕਾਂ ਨੂੰ ਕੋਈ ਸਿੰਪਟਮ ਤਾਂ ਨਹੀਂ। ਅਕਸਰ ਇਹ ਵੇਖਿਆ ਜਾ ਰਿਹਾ ਕਿ ਹੁਣ ਅੱਜ ਇੱਕ ਹੋਰ ਮੈਂ ਰਿਪੋਰਟ ਪੜ੍ਹ ਰਿਹਾ ਸੀ ਕਿ ਕਾਫੀ ਪੁਰਾਣੀ ਗੱਲ ਹੋ ਚੁੱਕੀ ਹੈ ਵੈਸੇ, ਕਿ ਜੇਕਰ ਤੁਹਾਨੂੰ ਮੂੰਹ ਦੇ ਵਿੱਚ ਸਵਾਦ ਦਾ ਨਹੀਂ ਪਤਾ ਲੱਗ ਰਿਹਾ ਕਿਸੇ ਸਬਜ਼ੀ ਦਾ, ਤੁਸੀਂ ਕਿਸੇ ਚੀਜ਼ ਦੀ ਮਹਿਕ ਨਹੀਂ ਲੈ ਸਕਦੇ ਤੇ ਤਦ ਵੀ ਤੁਹਾਨੂੰ ਹੋ ਸਕਦਾ ਹੈ ਕਿ ਸਿੰਪਟਮ ਹੋਏ। ਅੱਜ ਮੈਂ ਹੁਣੇ ਚਾਹ ਪੀ ਰਿਹਾ ਸੀ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਲਗਾਤਾਰ ਚਾਹ ਪੀਂਦਾ ਰਹਾਂ, ਮਿੱਠਾ ਕਿੰਨਾ ਕੁ ਹੈਗਾ ਇਹ ਵੀ ਅਸੀਂ ਲਗਾਤਾਰ ਚੈੱਕ ਕਰਦੇ ਰਹੀਏ। ਬਿਲਕੁਲ ਇੱਕ ਆਪਾਂ ਕਹਿ ਲਈ ਕਿ ਇਹ ਵੀ ਇੱਕ ਤਰ੍ਹਾਂ ਦਾ ਆਪਾਂ ਟੈਸਟ ਕਹਿ ਸਕਦੇ ਹਾਂ ਕਰੋਨਾ ਦਾ, ਜ਼ਿਕਰ ਆਪਣਾ ਟੈਸਟ ਅਸੀਂ ਖੁਦ। ਸੋ ਹੁਣ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਟ੍ਰੇਨਸ ਚਲਾ ਦਿੱਤੀਆਂ ਗਈਆਂ, 15 ਟ੍ਰੇਨਾਂ ਜਿਹੜੀਆਂ ਚੱਲ ਗਈਆਂ, ਆਪਾਂ ਹੁਣ ਇੱਥੇ ਗੱਲ ਕਰਨੀ ਹੈ ਉਹਨਾਂ ਮਜ਼ਦੂਰਾਂ ਦੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਸਪੀਚ ਦੇ ਵਿੱਚ ਭਾਰਤ ਦੀ ਮਹਾਨਤਾ ਜ਼ਰੂਰ ਦੱਸੀ ਗਈ, ਜਿਹੜਾ ਕਿ ਸਮਾਂ ਨਹੀਂ ਸੀਗਾ। ਆਪਾਂ ਆਮ ਵਕਤ ਦੇ ਵਿੱਚ ਲੋਕਾਂ ਦੇ ਨਾਲ ਮਨ ਕੀ ਬਾਤਾਂ ਕਰਦੇ ਰਹੇ ਨੇ, ਸੋ ਉੱਥੇ ਮਹਾਨਤਾ ਵੀ ਦੱਸੀ ਜਾ ਸਕਦੀ ਹੈ। ਭਾਰਤ ਦਾ ਇਤਿਹਾਸ ਮੈਨੂੰ ਲੱਗਦਾ ਸਕੂਲਾਂ ਦੇ ਵਿੱਚ ਵੀ ਪੜ੍ਹਾਇਆ ਜਾਂਦਾ, ਪਰ ਇਹ ਔਖੇ ਸਮੇਂ ਦੇ ਵਿੱਚ ਲੋਕ ਜਾਣਨਾ ਚਾਹੁੰਦੇ ਸੀ ਕਿ ਜਿਹਦੇ ਹੱਥ ਅਸੀਂ ਦੇਸ਼ ਦੀ ਕਮਾਂਡ ਦਿੱਤੀ ਹੈ ਉਹ ਇਨਸਾਨ ਜਿਹੜਾ ਹੈਗਾ ਸਾਡੇ ਵਾਸਤੇ ਲੈ ਕੇ ਕੀ ਆਇਆ। ਬਹੁਤ ਸਾਰੇ ਲੋਕਾਂ ਨੂੰ ਆਸਾਂ ਹੋਣਗੀਆਂ, ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਹੋਏ ਆ, ਖਾਸ ਕਰਕੇ ਸਾਡਾ ਜਿਹੜਾ ਗਰੀਬ ਤਬਕਾ ਹੈਗਾ ਜਾਂ ਮਜ਼ਦੂਰ ਵਰਗ, ਲੇਬਰ ਵਰਗ ਜਿਹੜਾ ਹੈਗਾ, ਉਹਨਾਂ ਨੇ ਖਾਸ ਅੱਖਾਂ ਲਾਈਆਂ ਹੋਣਗੀਆਂ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਨਾਲ ਗੱਲ ਕੀਤੀ ਮੀਡੀਆ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਹਜੇ ਵੀ ਆਸ ਹੈ ਕਿ ਸ਼ਾਇਦ ਹੋ ਸਕਦਾ ਹੈ ਇਸ ਹਫਤੇ ਲਾਕਡਾਊਨ ਜਿਹੜਾ ਹੈ ਖੁੱਲ ਜਾਵੇ। ਸੋ ਲਾਕਡਾਊਨ ਖੁੱਲਦਾ ਹੈ ਤੇ ਉਹਨਾਂ ਦੇ ਕੰਮ ਕਰ ਚੱਲਦੇ, ਪਰ ਗੱਲ ਉਹੀ ਹੋ ਗਿਆ ਫਿਰ ਕਹਿ ਲਈਏ ਕਿ ਆਮ ਹੀ ਇੱਕ ਸਪੀਚ ਦਿੱਤੀ, ਉਹਦੇ ਵਿੱਚ ਭਾਰਤ ਦੀ ਮਹਾਨਤਾ ਗਣਾਈ, ਆਪਾਂ ਕੀ ਕੀ ਕਰ ਲਿਆ, ਅਸੀਂ ਕੀ ਕੀ ਸਿੱਖ ਰਹੇ ਹਾਂ, ਇਹ ਸਾਰਾ ਕੁਝ ਦੱਸ ਕੇ ਤੇ ਇਹ ਸਪੀਚ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ। ਸਿਰਫ 20 ਲੱਖ ਕਰੋੜ ਦਾ ਪੈਕੇਜ ਐਲਾਨ ਕੀਤਾ ਗਿਆ, ਉਹ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਇਹਦੇ ਬਾਰੇ ਵੀ ਬਿਲਕੁਲ 20 ਲੱਖ ਕਰੋੜ ਦਾ ਇਹ ਹੈਗਾ ਕਿ ਆਮ ਜਨਤਾ ਨੂੰ ਇੱਕ ਤਰੀਕੇ ਦੀ ਤੁਹਾਨੂੰ ਤੁਸੀਂ ਸ਼ਾਂਤ ਕਰ ਦਿੱਤਾ। ਉਹਨਾਂ ਨੇ ਅਖਬਾਰਾਂ ਦੇ ਵਿੱਚ ਬਾਕੀ ਦੇਸ਼ਾਂ ਦੇ ਜੋ ਆંકੜੇ ਪੜ੍ਹੇ ਸੀ, ਹੁਣ ਕੱਲ ਸਵੇਰੇ ਉੱਠ ਕੇ ਆਪਣੇ ਦੇਸ਼ਾਂ ਦੇ ਅਖਬਾਰ ਦੇ ਵਿੱਚ ਵੀ ਅਜਿਹੇ ਹੀ ਆંકੜੇ ਪੜ੍ਹ ਪਾਣਗੇ। ਤਾਂ ਅਸੀਂ ਤਸਵੀਰਾਂ ਵੀ ਸਾਡੇ ਕੋਲ ਕੁਝ ਮੌਜੂਦ ਨੇ ਜਿਹਦੇ ਵਿੱਚ ਅਸੀਂ ਦਿਖਾਣਾ ਚਾਹਾਂਗੇ। ਕਰਨਾ ਪੈਂਦਾ ਪੈਦਲ ਤੁਰ ਕੇ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੀ, ਜਿਸ ਵੇਲੇ ਸੜਕ ਦੇ ਉੱਤੇ ਤੁਰਦੇ ਹੋਏ ਕਿਸੇ ਵਾਹਨ ਦੇ ਨਾਲ ਜਾਂ ਰੇਲਵੇ ਟਰੈਕ ਦੇ ਉੱਤੇ ਚੱਲਦੇ ਹੋਏ ਟ੍ਰੇਨ ਮਾਲ ਗੱਡੀਆਂ ਦੇ ਕਾਰਨ ਜੇਕਰ ਮੌਤਾਂ ਹੋਈਆਂ ਨੇ ਤੇ ਸਰਕਾਰ ਨੇ ਉਹਨਾਂ ਦੇ ਵੱਲ ਜੇਕਰ ਧਿਆਨ ਦੇਣਾ ਸੀ ਤਾਂ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਸੂਬੇ ਤੋਂ ਲੋਕ ਪ੍ਰਵਾਸੀ ਲੋਕ ਜਾਣਾ ਚਾਹੁੰਦੇ ਨੇ ਉਸ ਸੂਬੇ ਦੀ ਜ਼ਿੰਮੇਵਾਰੀ ਹੋਏਗੀ ਪਹੁੰਚਾਣਾ, ਅੱਗੇ ਬਾਰਡਰ ਤੋਂ ਅਗਲੀ ਜ਼ਿੰਮੇਵਾਰੀ ਦੂਸਰੇ ਸੂਬੇ ਦੀ ਹੋਵੇਗੀ। ਹੁਣ ਇਸੇ ਤਰੀਕੇ ਦੇ ਨਾਲ ਟ੍ਰੇਨਾਂ ਦੇ ਵਿੱਚ ਵੀ ਕੀਤਾ ਗਿਆ। ਹੁਣ ਲੋਕ ਜਿਹੜੇ ਟ੍ਰੇਨਾਂ ਦੇ ਵਿੱਚ ਜਾਣਗੇ, ਆਮ ਤੌਰ ਦੇ ਉੱਤੇ ਭਾਰਤ ਦੇ ਵਿੱਚ ਟ੍ਰੇਨਾਂ ਦੀ ਵਿੱਚ ਬੋਗੀ ਦਾ ਗਿਣਤੀ ਹੁੰਦੀ ਹੈ 18, ਇੱਥੇ ਰੱਖੀ ਗਈ ਹੈ ਤਕਰੀਬਨ 26 ਤੋਂ 27 ਬੋਗੀ ਕਿਸੇ ਇੱਕ ਟ੍ਰੇਨ ਦੇ ਵਿੱਚ। ਬਿਲਕੁਲ ਉੱਥੇ ਸੀ ਤਾਂ IRCTC ਦੀ ਵੈਬਸਾਈਟ 4 ਵਜੇ ਸ਼ਾਮੀ ਇਸ ਤਰੀਕੇ ਨਾਲ ਹੈਕ ਹੋ ਜਾਂਦੀ ਹੈ, ਮਾਫ ਕਰਨਾ ਬੰਦ ਹੋ ਜਾਂਦੀ ਹੈ, ਨਾ ਲੋਡ ਪੈ ਜਾਂਦਾ ਉਸ ਵੈਬਸਾਈਟ ਦੇ ਉੱਤੇ ਕਿ ਚੱਲਦੀ ਹੋਈ ਲੱਗਦਾ ਕਿ ਜਿਵੇਂ ਬੈਲ ਗੱਡੀ ਦੇ ਉੱਤੇ ਕਿਸੇ ਨੇ 2 ਕੁਇੰਟਲ ਬੋਰੇ ਐਸੇ ਸੁੱਟ ਦਿੱਤੇ ਨੇ। ਤੇ ਕਿਉਂਕਿ ਸਾਰੇ ਦੇਸ਼ ਦੇ ਵਿੱਚ ਹੀ ਲੋਕ ਫਸੇ ਹੋਏ ਨੇ, ਸਾਰੇ ਉਸ ਸਾਈਟ ਤੇ ਸੇਮ ਸਮੇਂ ਦੇ ਵਿੱਚ ਜਿਹੜਾ ਟਰਾਈ ਕਰ ਰਹੇ ਨੇ। ਸਿਰਫ ਰਾਜਸਥਾਨ ਦੇ ਵਿੱਚ ਤਕਰੀਬਨ 36 ਲੱਖ ਪ੍ਰਵਾਸੀ ਮਜ਼ਦੂਰ ਅਜਿਹੇ ਸੀਗੇ ਜਿਨ੍ਹਾਂ ਨੇ ਆਪਣੇ ਵਾਪਸ ਘਰ ਜਾਣ ਦੇ ਲਈ ਟ੍ਰੇਨ ਟਿਕਟ ਬੁੱਕ ਕਰਨ ਦੇ ਲਈ ਉੱਥੇ ਕੋਸ਼ਿਸ਼ ਕੀਤੀ ਹੋਏਗੀ। ਹੁਣ ਕਹਿ ਦਿੱਤਾ ਗਿਆ ਕਿ ਇੱਕ ਬੰਦਾ ਹੀ ਆਪਣੀ ਟਿਕਟ ਬੁੱਕ ਕਰ ਸਕਦਾ, ਤੁਸੀਂ ਏਜੰਟ ਤੋਂ ਬੁੱਕ ਨਹੀਂ ਕਰਵਾ ਸਕਦੇ। ਮੰਨ ਸਕਦੇ ਹਾਂ ਕਈ ਗਾਈਡਲਾਈਨ ਸਰਕਾਰ ਨੇ ਜਾਰੀ ਕੀਤੀਆਂ ਨੇ। ਹੁਣ ਘਰੋਂ ਜੇਕਰ ਤੁਸੀਂ ਜਾਣਾ ਸਟੇਸ਼ਨ ਤੱਕ ਤਾਂ ਉਹ ਟਿਕਟ ਹੀ ਤੁਹਾਡਾ ਪਾਸ ਰਹੇਗੀ। ਇਹ ਪ੍ਰਵਾਸੀ ਮਜ਼ਦੂਰਾਂ ਦੇ ਲਈ ਥੋੜੀ ਸਹੂਲਤ ਰਹੀ ਕਿ ਹਾਂ ਜੇਕਰ ਟਿਕਟ ਮਿਲ ਗਈ ਹੈ ਹੁਣ ਪਾਸ ਦੇ ਲਈ ਪਿੱਛੇ ਭੱਜਣਾ ਨਹੀਂ ਪਏਗਾ। ਪਰ ਉਹ ਸਹੂਲਤ ਪਾਉਣ ਵਾਸਤੇ ਤੁਹਾਨੂੰ ਕਿੱਥੇ ਕਿੱਥੇ ਤੱਕ ਜਿਹੜਾ ਜਾਣਾ ਪਏਗਾ, ਕਿਉਂਕਿ ਇੰਟਰਨੈਟ ਕੈਫੇ ਦੇ ਉੱਤੇ ਤੁਹਾਨੂੰ ਜਾਣਾ ਸਭ ਤੋਂ ਪਹਿਲਾਂ ਪਏਗਾ, ਉਹ ਬੰਦ ਪਏ ਨੇ। ਕਿਉਂਕਿ ਪ੍ਰਵਾਸੀ ਮਜ਼ਦੂਰ ਹੁਣ ਜੇਕਰ ਗੱਲ ਕਰੀਏ ਤੇ ਉਹਨਾਂ ਦੇ ਕੋਲ ਐਡੇ ਸਾਧਨ ਤਾਂ ਹੈ ਨਹੀਂ। ਜੇ ਆਪਾਂ ਅੱਜ ਐਂਡਰੋਇਡ ਫੋਨ ਦੀ ਵੀ ਗੱਲ ਕਰਦੇ ਆਂ, ਆਈਫੋਨ ਦੀ ਵੀ ਗੱਲ ਕਰਦੇ ਆਂ, ਉਹ ਵੀ ਇੱਕ ਚੰਗਾ ਜਿਹੜਾ ਕਹਿ ਲਈਏ ਕੋਈ ਪੜ੍ਹਿਆ ਲਿਖਿਆ ਤਬਕਾ ਹੈਗਾ ਉਹਦੇ ਕੋਲ ਹੈਗੇ ਆ। ਆਮ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਆਪਾਂ ਅੱਖੀ ਦੇਖੇ ਹੋਣਗੇ ਕਿ ਉਹਨਾਂ ਦੇ ਕੋਲ ਆਮ ਜਿਹੇ ਫੋਨ ਹੁੰਦੇ ਨੇ, ਉਹਨਾਂ ਦੇ ਉੱਤੇ ਇੰਟਰਨੈਟ ਡਾਟਾ ਵੀ ਹੈ ਜਾਂ ਨਹੀਂ ਇਹ ਵੀ ਨਹੀਂ ਪਤਾ।
ਉਹ ਦੂਸਰੀ ਗੱਲ ਜਿਹੜੀ ਵੱਡੀ ਅਨਪੜਤਾ ਦੀ ਆ ਜਾਂਦੀ ਹੈ ਕਿ ਸਾਨੂੰ ਇਹ ਸਾਈਟਸ ਖੋਲ ਕੇ ਆਪਣੀ ਟਿਕਟ ਜਿਹੜੀ ਹੈਗੀ ਉਹ ਬੁੱਕ ਕਰਨੀ ਆਉਂਦੀ ਵੀ ਹੈ ਜਾਂ ਨਹੀਂ। ਇਹਦੇ ਵਿੱਚ ਹੋਰ ਚੀਜ਼ ਐਡ ਕੀਤੀ ਗਈ ਹੈ ਕਿ ਤੁਹਾਡੀ ਸਕਰੀਨਿੰਗ ਦਾ ਵੀ ਜਿਹੜਾ ਟੈਸਟ ਹੈਗਾ ਉਹ ਨਾਲ ਲੱਗਣਾ ਹੈ, ਫਿਰ ਤੁਹਾਨੂੰ ਟਿਕਟ ਮਿਲਣੀ ਹੈ ਡੈਫੀਨਿਟਲੀ। ਤੇ ਜੇਕਰ ਤੁਸੀਂ ਇੰਟਰਨੈਟ ਕੈਫੇ ਦੇ ਉੱਤੇ ਜਾਂਦੇ ਹੋ, ਉਹ ਅੱਜ ਕੱਲ ਬੰਦ ਵੈਸੇ ਵੀ ਚੱਲ ਰਹੇ ਨੇ, ਤੁਸੀਂ ਜਾਓ ਉੱਥੇ ਨਾ ਤੁਹਾਨੂੰ ਪਤਾ ਨਹੀਂ ਹੈ ਕਿ ਮਿਲੇ ਜਾਂ ਨਾ, ਫਿਰ ਮੋਬਾਈਲ ਐਪ ਉਹਨਾਂ ਨੇ ਦਿੱਤੀ ਹੈ ਕਿ ਤੁਸੀਂ ਇਹਦੇ ਵਿੱਚ ਵੀ ਜਾ ਕੇ ਕਰ ਸਕਦੇ ਹੋ। ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜੇਕਰ ਉਹ ਪ੍ਰਵਾਸੀ ਮਜ਼ਦੂਰ ਇੰਨੇ ਜੋ ਕਿ ਹੈ ਨੇ ਉਹ ਸਾਰਾ ਕੁਝ ਕਰ ਸਕਦੇ ਆ, ਤਾਂ ਫਿਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਮਜ਼ਦੂਰੀ ਕਰਨ ਦੀ ਵੀ ਲੋੜ ਨਹੀਂ ਸੀਗੀ। ਇਹ ਸਾਰੇ ਹਾਲਾਤ ਹੁਣ ਜਿਹੜੇ ਕਹਿ ਲਈਏ ਕਿ ਆਮ ਲੋਕਾਂ ਵਾਸਤੇ ਖਰਾਬ ਹੁੰਦੇ ਜਾ ਰਹੇ। ਆਮ ਲੋਕਾਂ ਦੇ ਲਈ ਜਿੱਥੇ ਹਾਲਾਤ ਖਰਾਬ ਹੋ ਰਹੇ ਨੇ ਦਲਜੀਤ, ਸ਼ੁਰੂਆਤ ਜੋ ਟ੍ਰੇਨਾਂ ਦੀ ਹੋਈ ਹੈ, ਪਹਿਲੀ ਦੂਸਰੀ ਟ੍ਰੇਨਾਂ ਜੋ ਚੱਲੀਆਂ ਨੇ ਉਹਨਾਂ ਦੇ ਵਿੱਚ ਵੇਖਣ ਨੂੰ ਪਾਇਆ ਜਾ ਰਿਹਾ ਕਿ ਕਾਫੀ ਘੱਟ ਪ੍ਰਵਾਸੀ ਮਜ਼ਦੂਰ ਨੇ ਜੋ ਇਹਨਾਂ 15 ਟ੍ਰੇਨਾਂ ਦੇ ਵਿੱਚ ਜਾ ਰਹੇ ਨੇ। ਰਾਜਧਾਨੀ ਦਿੱਲੀ ਦੇ ਵਿੱਚ ਜਿਹੜਾ ਨਵੀਂ ਦਿੱਲੀ ਦਾ ਸਟੇਸ਼ਨ ਹੈਗਾ, ਉਹਦੇ 2 ਗੇਟ ਨੇ, ਠੀਕ ਹੈ ਜੀ। ਪਹਾੜਗੰਜ ਵਾਲੀ ਸਾਈਡ ਦਾ ਗੇਟ ਅਤੇ ਦੂਸਰਾ ਗੇਟ। ਪਹਾੜਗੰਜ ਵਾਲੀ ਗੇਟ ਨੂੰ ਖੋਲਿਆ ਗਿਆ ਜਿਨ੍ਹਾਂ ਲੋਕਾਂ ਦੇ ਲਈ 15 ਟ੍ਰੇਨਾਂ ਸ਼ੁਰੂ ਹੋਈਆਂ ਨੇ ਏਸੀ ਕੋਚ, ਅਤੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਜੋ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਵਾਸਤੇ ਦੂਸਰੀ ਐਂਟਰੀ ਹੈਗੀ ਹੈ। ਤਾਂ ਕਿਤੇ ਨਾ ਕਿਤੇ ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਸਹੂਲਤਾਂ ਦੇਣ ਦੀ ਤਾਂ ਕੋਸ਼ਿਸ਼ ਕੀਤੀ ਹੈ, ਲੇਕਿਨ ਸਰਕਾਰ ਜਾਂ ਕਿਹੜੀ ਪ੍ਰਸ਼ਾਸਨ, ਰੇਲਵੇ ਵਿਭਾਗ ਹਲੇ ਆਪ ਸਮਰੱਥ ਹੈ, ਕਿਉਂਕਿ ਰੇਲਵੇ ਡਿਪਾਰਟਮੈਂਟ ਵੀ ਨਿਰਭਰ ਹੈਗਾ ਸਟੇਟ ਪੁਲਿਸ ਤੇ, ਸੀਆਰਪੀਐਫ ਤੇ, ਮੈਡੀਕਲ ਡਿਪਾਰਟਮੈਂਟ ਦੇ ਉਹਨਾਂ ਮੁਲਾਜ਼ਮਾਂ ਦੇ ਉੱਤੇ ਜੋ ਆਪ ਇਸ ਵੇਲੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੂਝ ਰਹੇ ਨੇ ਕਿ ਉਹਨਾਂ ਦੇ ਕੋਲ ਸਾਧਨ ਪੂਰੇ ਹੋਣ ਤੇ ਕਿਸੇ ਤਰੀਕੇ ਦੇ ਨਾਲ ਉਹ ਮੈਨੇਜ ਕਰਨ। ਲੇਕਿਨ ਹਾਂ, ਇੰਨੇ ਵੱਡੀ ਗਿਣਤੀ ਦੇ ਵਿੱਚ ਜਿਸ ਵੇਲੇ ਲੋਕ ਇੱਕ ਰਿਸਟ੍ਰਿਕਸ਼ਨ ਦੇ ਨਾਲ ਪਲਾਨ ਕਰਦੇ ਨੇ ਤਾਂ ਦਿੱਕਤਾਂ ਆਉਂਦੀਆਂ ਨੇ। ਉਹਨਾਂ ਦਿੱਕਤਾਂ ਨੂੰ ਸਹੀ ਤਰੀਕੇ ਦੇ ਨਾਲ ਜੇਕਰ ਪਾਰ ਕਰ ਸਕਦੇ ਆ ਤਾਂ ਤੁਸੀਂ ਆਪਣੇ ਘਰ ਸੁਰੱਖਿਅਤ ਪਹੁੰਚ ਸਕਦੇ ਹੋ। ਲੇਕਿਨ ਹਲੇ ਵੀ ਜੇਕਰ ਦੇਖਿਆ ਜਾਏ ਤਾਂ ਇਹ ਪਲਾਨ ਕਾਫੀ ਵੱਡਾ ਇੱਕ ਇਫੈਕਟ ਦੇ ਸਕਦਾ ਹੈ ਭਾਰਤ ਦੇ ਵਿੱਚ ਲਗਾਤਾਰ ਵੱਧ ਰਹੇ ਕੇਸਾਂ ਤੱਕ, ਕਿਉਂਕਿ ਜੇਕਰ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਦੇ ਵਿੱਚ ਪਹੁੰਚਦੇ ਨੇ ਅਤੇ ਕਿਤੇ ਨਾ ਕਿਤੇ ਖੁਦਾ ਨਾ ਖਾਸਾ ਇਹ ਬਿਮਾਰੀਆਂ ਪਿੰਡਾਂ ਤੱਕ ਪਹੁੰਚ ਜਾਂਦੀਆਂ ਨੇ, ਅਤੇ ਪਿੰਡਾਂ ਦੇ ਵਿੱਚ ਭਾਰਤ ਦੇ ਵਿੱਚ ਅਜਿਹੇ ਪਿੰਡ ਨੇ ਜਿੱਥੇ 150 ਕਿਲੋਮੀਟਰ ਤੱਕ ਅਜਿਹੀਆਂ ਦਵਾਈਆਂ ਕਰੋਨਾ ਵਾਇਰਸ ਦੇ ਲਈ ਮਿਲਣ ਉਹ ਸੰਭਵ ਨਹੀਂ ਹੈਗੀਆਂ। ਤੁਹਾਡੇ ਕੋਲ ਉੱਥੇ ਨੇੜਲੇ ਹਸਪਤਾਲ ਹੋਣਗੇ ਸਰਕਾਰੀ ਕਿ ਤੁਸੀਂ ਉੱਥੇ ਜਾ ਕੇ ਇਲਾਜ ਕਰਵਾ ਸਕੋ, ਲੇਕਿਨ ਉਹਨਾਂ ਦੇ ਵੀ ਹੱਥ ਇੱਕ ਸਮੇਂ ਦੇ ਉੱਤੇ ਖੜੇ। ਬਿਲਕੁਲ ਕਿਉਂਕਿ ਹੁਣ ਜਦੋਂ ਕਰੋਨਾ ਵਾਇਰਸ ਦੀ ਵੈਕਸੀਨ ਦੀ ਗੱਲ ਕਰਦੇ ਆ ਜਾਂ ਕੋਈ ਇਹਦੇ ਪ੍ਰੀਵੈਂਸ਼ਨ ਦੀ ਹੋਰ ਕੋਈ ਗੱਲ ਕਰੀਏ ਤਾਂ ਹਜੇ ਫਿਲਹਾਲ ਆਪਾਂ ਉਹ ਬਣਾ ਨਹੀਂ ਸਕੇ। ਵਰਲਡ ਦੀ ਕੋਈ ਵੀ ਕਹਿ ਲਈਏ ਕਿ ਜਿਹੜਾ ਦੇਸ਼ ਹੈਗਾ ਇਹਦੇ ਉੱਤੇ ਦਾਅਵਾ ਨਹੀਂ ਕਰ ਰਿਹਾ। ਇਜ਼ਰਾਈਲ ਨੇ ਪਿਛਲੇ ਦਿਨੀ ਗੱਲ ਕੀਤੀ ਹੈਗੀ ਆ, ਪਰ ਹਾਲੇ ਵੀ ਹਜੇ ਉਹ ਸਮਾਂ ਲੱਗ ਸਕਦਾ। ਪਰ ਹੁਣ ਜਦੋਂ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਆ, ਹਮੇਸ਼ਾ ਹੀ ਭਾਰਤ ਦੇ ਵਿੱਚ ਦੇਖਿਆ ਗਿਆ ਕਿ ਜਿਹੜਾ ਗਰੀਬ ਤਬਕਾ ਹੈਗਾ, ਜਿਵੇਂ ਆਪਾਂ ਲੇਬਰ ਵਰਗ ਦੀ ਗੱਲ ਕੀਤੀ ਆ, ਜਦੋਂ ਵੀ ਕੋਈ ਮੁਸ਼ਕਲ ਪੈਂਦੀ ਹੈ, ਭਾਰੀ ਪੈਂਦੀ ਹੈ, ਨਵੇਂ ਕਾਨੂੰਨ ਨਰਿੰਦਰ ਮੋਦੀ ਹੋਰੀ ਲੈ ਕੇ ਆਏ, ਨੋਟਬੰਦੀ ਕਰ ਦਿੱਤੀ ਗਈ, ਉਦੋਂ ਵੀ ਗਰੀਬ ਲੋਕਾਂ ਦੇ ਉੱਤੇ ਭਾਰੀ ਪਈ, ਕਿੰਨੀਆਂ ਮੌਤਾਂ ਲਾਈਨਾਂ ਦੇ ਵਿੱਚ ਖੜੇ ਲੋਕਾਂ ਦੀਆਂ ਹੋ ਗਈਆਂ। ਸੋ ਆਮ ਲੋਕਾਂ ਨੂੰ ਉਹਦੇ ਵਿੱਚ ਵੀ ਫਰਕ ਪਿਆ। ਤੇ ਹੁਣ ਜੇ ਗੱਲ ਕਰਦੇ ਆ ਜਿਹੜੀ ਟਿਕਟ ਕਿਵੇਂ ਬਣਾਉਣੀ ਹੈ ਜਾਂ ਉਹ ਮਜ਼ਦੂਰਾਂ ਦਾ ਲੈ ਕੇ ਉਹ ਸਾਰਾ ਕੁਝ ਕਰਨਾ, ਤੁਸੀਂ ਪਿਛਲੇ ਦਿਨੀ ਖਬਰ ਸੁਣੀ ਹੋਣੀ ਹੈ ਕਿ 16 ਮਜ਼ਦੂਰ ਜਿਹੜੇ ਹੈਗੇ ਆ, ਲੇਬਰਰ ਜਿਹੜੇ ਮੱਧ ਪ੍ਰਦੇਸ਼ ਨੂੰ ਆਪਣੇ ਵਾਪਸ ਜਾ ਰਹੇ ਸੀ, ਪਤਾ ਨਹੀਂ ਕਿੰਨੇ ਕੁ ਥੱਕੇ ਹਾਰੇ ਉਹ ਝੰਬੇ ਹੋਏ ਭੁੱਖਦੇ ਸੀ, ਜਿਹੜੇ ਟ੍ਰੇਨ ਦੀ ਪਟੜੀ ਨੂੰ ਫੋਲੋ ਕਰਦੇ ਹੋਏ ਜਾ ਰਹੇ ਆ, ਕਿਉਂਕਿ ਜੇਕਰ ਸੜਕਾਂ ਰਾਹੀਂ ਉਹ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਪ੍ਰਸ਼ਾਸਨ ਵੀ ਤੰਗ ਕਰਦਾ। ਸੋ ਉਹਨਾਂ ਨੇ ਇੱਕ ਵਧੀਆ ਗੱਲ ਆਪਣੇ ਵੱਲੋਂ ਸੋਚੀ, ਸਕੀਮ ਹੋਏਗੀ ਉਹਨਾਂ ਦੀ ਕਿ ਅਸੀਂ ਟ੍ਰੇਨ ਦੀ ਜਿਹੜੀ ਲਾਈਨ ਹੈਗੀ ਪਟੜੀ ਉਹਨੂੰ ਫੋਲੋ ਕਰਦੇ ਜਾਂਦੇ ਆ। ਸੋ ਰਸਤੇ ਦੇ ਵਿੱਚ ਥੱਕ ਗਏ, ਉਹਨਾਂ ਨੂੰ ਨੀਂਦ ਆ ਗਈ, ਮਤਲਬ ਕਿ ਇੰਨੀ ਨੀਂਦ ਉਹਨਾਂ ਦੇ ਉੱਤੇ ਹਾਵੀ ਹੋ ਗਈ ਕਿ ਉਹ ਲਾਈਨ ਦਾ ਜਿਹੜੇ ਟਰੈਕ ਹੈਗਾ ਉਹਦਾ ਸਰਾਣਾ ਲਾ ਕੇ ਤੇ ਉੱਥੇ ਸੌਂ ਜਾਂਦੇ ਆ। ਸੋ ਮਾਲ ਗੱਡੀ ਆਉਂਦੀ ਉਹਨਾਂ ਨੂੰ ਕੁਚਲ ਕੇ ਲੰਘ ਜਾਂਦੀ ਹੈ। 20 ਜਾਣੇ ਸੀ ਜਿੱਥੇ 16 ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਟਵੀਟਸ ਦਾ ਹੜ ਆ ਜਾਂਦਾ। ਜਿਹੜੇ ਆਪਣੇ ਵੱਡੇ ਰਾਜਨੀਤਿਕ ਲੀਡਰ ਨੇ ਉਹਨਾਂ ਨੇ ਟਵੀਟਸ ਕਰਨਾ, ਕਿਉਂਕਿ ਇੱਕ ਟਵੀਟ ਕਰਨਾ ਤੇ 4 ਉਂਗਲਾਂ ਦੀ ਖੇਡ ਹੁੰਦੀ ਹੈ ਵੀ ਆਹ ਕੀਤਾ ਤੇ ਆਪਾਂ ਸ਼ਰਧਾਂਜਲੀ ਦੇ ਦਿੱਤੀ। ਪਰ ਕੀ ਹੁਣ ਵੀ ਕੁਝ ਉਹਨਾਂ ਵਾਸਤੇ ਕੀਤਾ ਗਿਆ? ਹਜੇ ਵੀ ਆਪਾਂ ਉਹ ਤਸਵੀਰਾਂ ਵੇਖ ਰਹੇ ਹਾਂ, ਲੋਕ ਤੁਰੇ ਜਾ ਰਹੇ ਨੇ, ਛੋਟੇ ਛੋਟੇ ਬੱਚੇ ਆ ਉਹਨਾਂ ਦੇ, ਸਾਈਕਲਾਂ ਦੇ ਉੱਤੇ ਉਹਨਾਂ ਨੇ ਜਾਨਵਰਾਂ ਵਾਂਗੂ ਲੱਦੇ ਹੋਏ ਆ ਤੇ ਆਪਣੇ ਪਿੰਡਾਂ ਵੱਲ ਨੂੰ ਤੁਰੇ ਜਾ ਰਹੇ ਨੇ। ਉਹ ਪਹਿਲਾਂ ਵੀ ਹੁੰਦਾ ਹੈ, ਹੁਣ ਵੀ ਹੋ ਰਿਹਾ। ਸ਼ਰਧਾਂਜਲੀ ਦੇ ਦਿੱਤੀ ਗਈ, ਉੱਥੇ ਗੱਲ ਠੱਪ ਹੋ ਗਈ ਹੈ। ਇੱਕ ਕਪਲ ਜੋੜਾ ਜਿਹੜਾ ਪ੍ਰਵਾਸੀ ਮਜ਼ਦੂਰ ਸਾਈਕਲ ਦੇ ਉੱਤੇ ਆਪਣੇ ਬੱਚਿਆਂ ਨੂੰ ਲੈ ਕੇ ਤੁਰੇ ਆ, ਰਸਤੇ ਦੇ ਵਿੱਚ ਕਿਸੇ ਵਾਹਨ ਨੇ ਉਹਨਾਂ ਨੂੰ ਫੇਟ ਮਾਰ ਦਿੱਤੀ ਹੈ, ਸਾਈਡ ਮਾਰ ਦਿੱਤੀ ਹੈ। ਜੋੜਾ ਦੋਨੋਂ ਹੀ ਖਤਮ ਹੋ ਗਏ, ਪਤੀ ਪਤਨੀ ਖਤਮ ਹੋ ਗਏ, ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਛੋਟੇ ਛੋਟੇ ਬਚ ਗਏ ਆ। ਸੋ ਹੁਣ ਵੀ ਆਪਾਂ ਇਹ ਕਹੀ ਜਾਂਦੇ ਆ ਪਲੈਨਿੰਗ ਆਪਾਂ ਕਰਦੇ ਆ, ਪਰ ਮੈਨੂੰ ਲੱਗਦਾ ਕਿ ਹਰ ਵਾਰ ਇਹ ਭਾਰਤ ਦੀ ਪਲੈਨਿੰਗ ਜਿਹੜੀ ਹੈਗੀ ਆ ਬਹੁਤ ਦੇਰ ਬਾਅਦ ਜਾ ਕੇ ਲੰਘਿਆਂ ਵੇਲਿਆਂ ਦੇ ਆਪਾਂ ਕਹਿ ਲਈਏ ਕਿ ਉਹ ਹੁੰਦੀ ਹੈ। ਲੰਘਿਆਂ ਵੇਲੇ ਦੀ ਪਲੈਨਿੰਗ ਕਹਿ ਲਈਏ ਜਾਂ ਕਹਿ ਰਹੀਏ ਕਿ ਅਜਿਹੀ ਸਥਿਤੀ ਦੇ ਵਿੱਚ ਸਰਕਾਰ ਨੂੰ ਆ ਕੇ ਇਹ ਡਿਸਾਈਡ ਕਰਨਾ ਕਿ ਇਹ ਮੁੱਦਾ ਅਸੀਂ ਆਪਣੇ ਸਿਰ ਲਈਏ ਜਾਂ ਸਟੇਟ ਗਵਰਨਮੈਂਟ ਦੇ ਸਿਰ ਦੇ ਉੱਤੇ ਪਾਈਏ, ਉਸ ਵੇਲੇ ਸਰਕਾਰ ਨੂੰ ਇਹ ਸਹੂਲਤ ਹੁੰਦੀ ਹੈ। ਸਰਕਾਰ ਦੇ ਕੋਲ ਆਪਸ਼ਨ ਪਹਿਲਾਂ ਹੀ ਖੜੀ ਹੋ ਜਾਂਦੀ ਹੈ। ਜਿਵੇਂ ਤੁਸੀਂ ਕਿਹਾ ਕਿ ਹਾਂ, ਘਰ ਜਾ ਰਹੇ ਪ੍ਰਵਾਸੀ ਮਜ਼ਦੂਰ ਭਾਵੇਂ ਸੜਕ ਦੇ ਰਸਤੇ ਜਾ ਰਹੇ ਸੀ ਜਾਂ ਟ੍ਰੇਨ ਦੇ ਰਸਤੇ ਜਾਂ ਟ੍ਰੇਨ ਵਾਲੀ ਪਟੜੀ ਨੂੰ ਫੋਲੋ ਕਰਦੇ ਹੋਏ, ਤਾਂ ਉਸ ਦੇ ਵਿੱਚ ਸਰਕਾਰ ਨੂੰ ਇਹ ਥੋੜਾ ਈਜ਼ੀ ਹੋ ਜਾਂਦਾ ਕਿ ਹਾਂ, ਇਸ ਦਾ ਹੁਣ ਜ਼ਿੰਮਾ ਅੱਗੇ ਸੁੱਟ ਦਿਓ ਸਟੇਟ ਗਵਰਨਮੈਂਟ ਦੇ ਉੱਤੇ ਕਿ ਤੁਸੀਂ ਇਹਨਾਂ ਮਜ਼ਦੂਰਾਂ ਦੀ ਰਾਖੀ ਕਿਉਂ ਨਹੀਂ ਕੀਤੀ, ਇਹ ਤੁਹਾਡੀ ਸਟੇਟ ਦੇ ਬਾਰਡਰ ਦੇ ਵਿੱਚ ਕਿਵੇਂ ਦਾਖਲ ਹੋਏ, ਉਸ ਵੇਲੇ ਤੁਹਾਡੀ ਫੋਰਸ, ਤੁਹਾਡੀ ਪੁਲਿਸ ਕੀ ਕਰ ਰਹੀ ਸੀ। ਲੇਕਿਨ ਹੁਣ ਇਹ ਸਮਝਣ ਦੀ ਵੀ ਕੋਸ਼ਿਸ਼ ਕਰਨੀ ਹੈ ਕਿ ਭਾਰਤ ਦੇ ਵਿੱਚ ਵੱਧ ਰਹੇ ਕੇਸਿਸ ਕਿਸ ਤਰੀਕੇ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਮਿਲ ਕੇ
ਅੱਗੇ ਕੀ ਇਹ ਪਲਾਨ ਕੀ ਪ੍ਰਵਾਸੀ ਮਜ਼ਦੂਰਾਂ ਦਾ ਹੀ ਪਲਾਨ ਹੋਏਗਾ ਜਾਂ ਕਰੋਨਾ ਵਾਇਰਸ ਦਾ ਪਲਾਨ ਹੋਏਗਾ, ਇਹ ਹੁਣ ਸਰਕਾਰ ਛੇਤੀ ਦੱਸੇ। ਹਾਂ, ਕਦਮ ਕਾਫੀ ਵੱਡੇ ਪੱਧਰ ਦੇ ਉੱਤੇ ਇਸ ਕਰਕੇ ਚੱਕੇ ਜਾ ਰਹੇ ਨੇ ਕਿਉਂਕਿ ਲੋਕਾਂ ਦੀ ਗਿਣਤੀ ਕਾਫੀ ਵੱਡੀ ਹੈ। ਜੋ ਲੋਕ ਇਹ ਜਿਵੇਂ ਕਿ 14 ਅਪ੍ਰੈਲ ਨੂੰ ਹੋਇਆ ਸੀ ਕਿ ਮੁੰਬਈ ਦੇ ਵਿੱਚ ਵੱਡੇ ਸਟੇਸ਼ਨਾਂ ਦੇ ਉੱਤੇ ਲੋਕ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ। ਸਰਕਾਰ ਉਸ ਸਿਚੁਏਸ਼ਨ ਤੋਂ ਵੀ ਨਜਿੱਠਣਾ ਚਾਹੁੰਦੀ ਹੈ ਕਿ ਸਾਡੇ ਹਰ ਇੱਕ ਡੈਡਲਾਈਨ ਦੇ ਆਖਰੀ ਤਰੀਕ ਦੇ ਉੱਤੇ ਸਾਨੂੰ ਅਜਿਹਾ ਕੋਈ ਇਕੱਠ ਦਾ ਸਾਹਮਣਾ ਨਾ ਕਰਨਾ ਪਏ ਜੋ ਕਰੋਨਾ ਵਾਇਰਸ ਨੂੰ ਫੈਲਾਉਣ ਦੇ ਲਈ ਇੱਕ ਤਰੀਕੇ ਦੇ ਨਾਲ ਉੱਥੇ ਲੋਕਾਂ ਦੇ ਵਿੱਚ ਅਫੜਾ ਦਫੜੀ ਹੋਏ, ਲੋਕਾਂ ਦੇ ਮਨ ਦੇ ਵਿੱਚ ਸਹਿਮ ਹੋਏ ਤੇ ਉੱਥੋਂ ਹੀ ਕਰੋਨਾ ਵਾਇਰਸ ਪਨਪੇ। ਲੇਕਿਨ ਹੁਣ ਵੇਖਣਾ ਰਹੇਗਾ, ਪ੍ਰਧਾਨ ਮੰਤਰੀ ਜਾਂਦੇ ਜਾਂਦੇ ਤਾਂ ਕਹਿ ਗਏ ਨੇ ਕਿ ਅੱਜ ਤਾਂ ਕੁਝ ਨਹੀਂ, ਅੱਜ ਤਾਂ 20 ਲੱਖ ਦਾ ਇਹ ਤੁਸੀਂ ਪਪਲੂ ਸੰਭਾਲੋ ਤੇ ਇਸ ਤੋਂ ਬਾਅਦ ਹੁਣ 18 ਮਈ ਤੋਂ ਪਹਿਲੇ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਅਗਲੇ ਲੋਕਡਾਊਨ ਦਾ ਕੀ ਹੋਏਗਾ। ਲੇਕਿਨ ਲੋਕ ਹਲੇ ਵੀ ਸਵਾਲ ਦੇ ਵਿੱਚ ਨੇ ਕਿ 17 ਤੋਂ ਬਾਅਦ ਕੀ, 18 ਤੋਂ ਪਹਿਲਾਂ ਕੀ। 17-18 ਦੀ ਖੇਡ ਸਮਝ ਤੋਂ ਬਾਹਰ ਹੈ। ਅਮਨ, ਅੱਜ ਇੱਕ 20 ਲੱਖ ਕਰੋੜ ਦਾ ਜਿਹੜਾ ਉਹ ਐਲਾਨ ਤਾਂ ਕਰ ਗਏ ਆ, ਚਲੋ ਆਮ ਲੋਕਾਂ ਦੇ ਉਹ ਖਾਨੇ ਗੱਲ ਨਹੀਂ ਪਈ, ਇਹ ਤਾਂ ਆਪਾਂ ਜਾਣਦੇ ਆ ਕਿ ਆਮ ਲੋਕ ਕੀ ਸੁਣਨਾ ਚਾਹੁੰਦੇ ਸੀ, ਪਰ ਐਸਾ ਕੁਝ ਵੀ ਨਹੀਂ ਸੀਗਾ ਉਸ ਸਪੀਚ ਦੇ ਵਿੱਚ। ਇਹ ਉਹੀ ਹਾਲ ਹੋ ਗਿਆ ਜਿਵੇਂ ਪਿਛਲੇ ਦਿਨੀ ਬੋਰਿਸ ਜੌਨਸਨ ਹੋਰੀ ਲਾਈਵ ਹੁੰਦੇ ਨੇ, ਉਹ ਦੇਸ਼ ਨੂੰ ਸੰਬੋਧਨ ਹੁੰਦੇ ਆ, ਉਹ ਵੀ ਕੁਝ ਇਸ ਤਰ੍ਹਾਂ ਦਾ ਜਿਹੜਾ ਆਪਣਾ ਬਿਆਨ ਜਿਹੜਾ ਦੇ ਕੇ ਸਪੀਚ ਚਲੇ ਗਏ ਕਿ ਆਮ ਲੋਕਾਂ ਦੇ ਹੱਥ ਵਸ ਉਹਦੇ ਵਿੱਚੋਂ ਵੀ ਕੁਝ ਨਹੀਂ ਲੱਗਾ। ਘਰ ਵੀ ਰਹਿਣਾ ਹੈ, ਬਾਹਰ ਵੀ ਜਾਣਾ ਹੈ, ਕੰਮ ਤੇ ਵੀ ਜਾਣਾ ਹੈ, ਘਰੇ ਵੀ ਰਹਿਣਾ, ਸਾਰਾ ਕੁਝ ਹੀ ਉਹ ਮਿਕਸ ਕਰਕੇ ਤੇ ਇੱਕ ਤਰ੍ਹਾਂ ਦਾ ਨਰਿੰਦਰ ਮੋਦੀ ਹੋਰਾਂ ਵਾਲਾ ਜਿਹੜਾ ਕੰਮ ਉਹ ਕਰਕੇ ਉਹ ਚਲੇ ਗਏ। ਪਰ ਇੱਕ ਗੱਲ ਅੱਜ ਜਿਹੜੀ ਉਹਨਾਂ ਦੀ ਸਪੀਚ ਦੇ ਵਿੱਚ ਦੇਖਣ ਦੇ ਵਿੱਚ ਆਈ ਹੈ ਕਿ ਉਹਨਾਂ ਦੇ ਹਰ ਇੱਕ ਬੋਲ ਦੇ ਵਿੱਚੋਂ, ਹਰ ਇੱਕ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਜਿਹੜਾ ਹਿੰਦੂਤਵਾ ਝਲਕਦਾ ਸੀ, ਜਿਹਦੀ ਕਿ ਮੈਨੂੰ ਲੱਗਦਾ ਨਹੀਂ, ਕਿਉਂਕਿ ਆਪਾਂ ਹਮੇਸ਼ਾ ਕਹਿ ਦਿੰਦੇ ਹਾਂ ਕਿ ਇੱਕ ਫੁੱਲਾਂ ਦਾ ਗੁਲਦਸਤਾ ਹੈਗਾ, ਜਿਹੜਾ ਵੱਖ-ਵੱਖ ਰੰਗ ਬਰੰਗੇ ਫੁੱਲ ਭਾਰਤ ਦੇ ਵਿੱਚ ਹੈਗੇ ਨੇ, ਉਹ ਧਰਮਾਂ ਦੇ ਵੀ ਹੋ ਸਕਦੇ ਆ ਜਾਂ ਬੋਲੀਆਂ ਦੇ ਹੋ ਸਕਦੇ ਆ, ਵੱਖ-ਵੱਖ ਸੱਭਿਆਚਾਰਾਂ ਦੇ ਹੋ ਸਕਦੇ ਆ। ਪਰ ਜਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਹੁੰਦੇ ਆ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਉਹ ਹਿੰਦੂਤਵਾ ਜਾਂ ਫਿਰ ਆਪਣੇ ਧਰਮ ਨੂੰ ਲੈ ਕੇ ਉਹਨਾਂ ਦੀ ਸੰਜੀਦਗੀ ਜਿਹੜੀ ਹੈਗੀ ਆ ਉਹ ਸਾਰਿਆਂ ਦੇ ਉੱਤੇ ਪਾਉਣ ਦੀ ਜਿਹੜੀ ਗੱਲ ਉਹਨਾਂ ਦੀ ਗੱਲਬਾਤ ਚੋਂ ਝਲਕਦੀ ਰਹਿੰਦੀ। ਇਹਦੇ ਬਾਰੇ ਕੀ ਸੋਚਦੇ ਆ? ਬਿਲਕੁਲ, ਵੈਸਟ ਬੰਗਾਲ ਦੇ ਵਿੱਚ ਇੱਕ ਲੇਖਕ ਨੇ ਜੋ ਵੱਖ-ਵੱਖ ਸਿਆਸੀ ਆਗੂਆਂ ਨੇ ਸਪੀਚਾਂ ਦੇ ਉੱਤੇ ਅਧਿਐਨ ਕਰਦੇ ਨੇ ਤੇ ਵੇਖਦੇ ਨੇ ਕਿ ਬਦਲਦੇ ਹੋਏ ਸਮੇਂ ਦੇ ਨਾਲ ਅਤੇ ਵੱਧਦੀ ਹੋਈ ਉਮਰ ਦੇ ਨਾਲ ਕਿ ਬੰਦੇ ਦੇ ਬੋਲਣ ਦੇ ਵਿੱਚ, ਬੰਦੇ ਦੀ ਸੋਚ ਦੇ ਵਿੱਚ ਕਿੰਨਾ ਬਦਲਾਵ ਆਂਦਾ ਹੈ। ਉਹ ਲੇਖਕ ਕਹਿੰਦੇ ਨੇ ਵੈਸਟ ਬੰਗਾਲ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਵੇਲੇ ਮੁੱਖ ਮੰਤਰੀ ਹੋਇਆ ਕਰਦੇ ਸੀ ਤਦ ਉਹਨਾਂ ਦੀ ਸਪੀਚ ਬੜੇ ਹੀ ਆਸਾਨ ਸ਼ਬਦਾਂ ਦੇ ਵਿੱਚ, ਇੱਕ ਹਿੰਦੀ ਭਾਸ਼ੀ ਸਪੀਚ ਜਿਹਨੂੰ ਕਹਿ ਲਈਏ ਕਿਉਂਕਿ ਹਿੰਦੀ ਵੱਖ-ਵੱਖ ਭਾਸ਼ਾਵਾਂ ਦੇ ਵਿੱਚੋਂ ਲਿੱਤੇ ਗਏ ਸ਼ਬਦਾਂ ਦੇ ਨਾਲ ਬਣਦੀ ਹੈ, ਤੇ ਉਹਨਾਂ ਦੀ ਸਪੀਚ ਬੜੇ ਹੀ ਆਸਾਨੀ ਦੇ ਨਾਲ ਸਮਝ ਆਉਂਦੀ ਸੀ। ਤੇ ਜਿਵੇਂ-ਜਿਵੇਂ ਉਹਨਾਂ ਨੇ ਆਪਣਾ ਸੀਐਮ ਦਾ ਦੌਰ ਖਤਮ ਕੀਤਾ ਤੇ ਧੀਰੇ-ਧੀਰੇ ਉਹ ਪ੍ਰਧਾਨ ਮੰਤਰੀ ਦਾ ਟੈਨਿਓਰ ਅੱਗੇ ਵਧਾਉਂਦੇ ਗਏ ਤਾਂ ਉਸ ਤੋਂ ਬਾਅਦ ਉਹਨਾਂ ਦੀ ਸਪੀਚ ਦੇ ਵਿੱਚ ਹਿੰਦੂਤਵ ਦੇ ਨਾਮ ਦੇ ਉੱਤੇ ਸੰਸਕ੍ਰਿਤ ਦੇ ਅਜਿਹੇ ਵਰਡ ਸਪੀਚ ਦੇ ਵਿੱਚ ਐਡ ਹੋਣੇ ਸ਼ੁਰੂ ਹੋ ਗਏ ਜੋ ਆਮ ਲੋਕਾਂ ਦੇ ਸਿਰਾਂ ਦੇ ਉੱਪਰ ਜਾਂਦੇ ਨੇ। ਜੋ ਬੱਚੇ 10ਵੀਂ 12ਵੀਂ ਦੇ ਵਿੱਚ ਜਿਨ੍ਹਾਂ ਦੇ ਕੋਲ ਸੰਸਕ੍ਰਿਤ ਭਾਸ਼ਾ ਨਹੀਂ ਹੋਏਗੀ, ਜੋ ਭਾਵੇਂ ਹੀ ਹਿੰਦੀ ਮੀਡੀਅਮ ਸਕੂਲ ਦੇ ਵਿੱਚ ਪੜ੍ਹਦੇ ਹੋਣ, ਉਹਨਾਂ ਨੂੰ ਅਜਿਹੇ ਸ਼ਬਦ ਨਜ਼ਰ ਸਮਝ ਦੇ ਵਿੱਚੋਂ ਨਹੀਂ ਆਣਗੇ, ਸਮਝ ਤੋਂ ਬਾਹਰ ਹੋਣਗੇ। ਜੋ ਹਿੰਦੂਤਵ ਦਾ ਝੰਡਾ ਲੈ ਕੇ ਤੁਰਦੇ ਨੇ, ਜਿਨ੍ਹਾਂ ਨੂੰ ਕਹਿ ਲਈਏ ਕਿ ਵੰਦੇ ਮਾਤਰਮ ਪੂਰਾ ਆਂਦਾ ਜਾਂ ਨਹੀਂ ਆਂਦਾ, ਜਿਨ੍ਹਾਂ ਨੇ ਸੰਸਕ੍ਰਿਤ ਦੇ ਕਦੇ ਸ਼ਲੋਕ ਪੜ੍ਹੇ ਨੇ ਜਾਂ ਨਹੀਂ ਪੜ੍ਹੇ, ਉਹਨਾਂ ਨੂੰ ਵੀ ਇਹੋ ਜਿਹੀ ਭਾਸ਼ਾ ਸਮਝ ਨਾ ਆਏ। ਕਦੇ ਕਦਾਰ ਇਹੋ ਜਿਹੇ ਟੈਨਿਓਰ ਦੇ ਵਿੱਚ ਚਲੇ ਜਾਂਦੇ ਨੇ। ਅਸੀਂ ਕਦੇ ਕਦਾਰ ਗੱਲ ਕਰਦੇ ਹਾਂ ਕਿ ਮੰਤਰੀ ਸਿੰਘ ਬਾਦਲ ਪੰਜਾਬ ਦੇ ਕੈਬਨਿਟ ਮੰਤਰੀ, ਉਹਨਾਂ ਦੀ ਭਾਸ਼ਾ ਦੇ ਵਿੱਚ ਜਿਸ ਵੇਲੇ ਉਰਦੂ ਦਾ ਟੱਚ ਆਣਾ ਸ਼ੁਰੂ ਹੋ ਜਾਂਦਾ, ਉਹ ਆਪ ਮੰਨਦੇ ਨੇ ਕਿ ਮੈਂ ਇਸ ਭਾਸ਼ਾ ਦਾ ਮੁਰੀਦ ਹਾਂ, ਮੈਂ ਇਸ ਭਾਸ਼ਾ ਨੂੰ ਵਰਤਦਾ ਲਿਖਣ ਪੜਨ ਦੇ ਵਿੱਚ, ਤਾਂ ਵਾਜਬ ਹੈ ਕਿ ਇਹ ਵਰਡ ਆਣਗੇ ਤਾਂ ਕਿ ਅਸੀਂ ਮੰਨੀਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਸੰਸਕ੍ਰਿਤ ਭਾਸ਼ਾ ਪੜਨ ਲਿਖਣ ਦੇ ਸ਼ੌਕੀਨ ਹੋਣਗੇ ਕਿ ਉਹਨਾਂ ਦੀ ਭਾਸ਼ਾ ਦੇ ਵਿੱਚ ਇਹ ਸੰਸਕ੍ਰਿਤ ਟੱਚ ਇਹੋ ਜਿਹਾ ਆ ਜਾਣਾ। ਇਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਉੱਤੇ ਅੱਖਾਂ ਦੇ ਉੱਤੇ ਪਰਦਾ ਗਿਰਾਉਣ ਦੀ ਗੱਲ ਹੈ ਕਿ ਹਾਂ ਅਸੀਂ ਜਿਨ੍ਹਾਂ ਭਾਸ਼ਾਵਾਂ ਦਾ ਭਾਸ਼ਾ ਦੇ ਵਿੱਚ ਜਿਸ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਹਾਂ ਕੌਣ ਸਮਝ ਪਾ ਰਹੇ ਨੇ। ਇੱਕ ਤਰੀਕੇ ਦਾ ਟਰੰਪ ਕਾਰਡ ਹੈ ਕਿ ਅਸੀਂ ਸੁੱਟਿਆ, ਕਿੰਨੂੰ ਸਮਝ ਆ ਗਿਆ ਕਿੰਨੂੰ ਨਹੀਂ, ਜਿਹਨੂੰ ਸਮਝ ਆਇਆ ਅੱਛਾ ਤੁਸੀਂ ਸਾਡੇ ਹੀ ਹੋ। ਜੀ ਬਿਲਕੁਲ। ਸੰਸਕ੍ਰਿਤ ਦੀ ਗੱਲ ਦੇ ਨਾਲ ਆਪਾਂ ਜਿਹੜੀ ਗੱਲ ਕੀਤੀ ਹੈ ਹਿੰਦੂਤਵਾ ਟੱਚ ਦੇਣਾ ਜਿਹੜਾ ਹੈਗਾ ਆਪਣੀ ਸਪੀਚ ਦੇ ਵਿੱਚ, ਜਿੱਥੋਂ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਆਪਣੀ ਸਪੀਚਸ 'ਚ ਗੱਲਾਂ ਕਰਦੇ ਰਹੇ ਆ ਕਿ ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਧਰਮ ਰਹਿੰਦੇ ਆ, ਵੱਖ-ਵੱਖ ਧਰਮਾਂ ਨੂੰ ਆਜ਼ਾਦੀ ਵੀ ਹੈ, ਸੋ ਇਹਨਾਂ ਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਸਾਰੇ ਹੀ ਧਰਮਾਂ ਦੇ ਪ੍ਰਧਾਨ ਮੰਤਰੀ ਹੋ, ਨਾ ਕਿ ਸਿਰਫ ਹਿੰਦੂਤਵਾ ਦੇ ਜਾਂ ਹਿੰਦੂ ਧਰਮ ਦੇ ਤੁਸੀਂ ਪ੍ਰਧਾਨ ਮੰਤਰੀ ਨਹੀਂ ਹੈਗੇ। ਫਿਲਹਾਲ ਆਪਾਂ ਗੱਲ ਕਰ ਲਈਏ, ਸੋ ਉਸ ਹਿਸਾਬ ਦੇ ਨਾਲ ਆਪਾਂ ਦੇਖੀਏ ਕਿ ਪਿਛਲੇ ਸਮੇਂ ਦੇ ਵਿੱਚ ਖਾਲਸਾ ਸਾਜਨਾ ਦਿਵਸ ਵੀ ਲੰਘ ਕੇ ਗਿਆ। ਉਹਨਾਂ ਦਿਨਾਂ ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਹੈਗੇ ਦੇਸ਼ ਨੂੰ ਸੰਬੋਧਨ ਹੁੰਦੇ ਆ, ਪਰ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਵਧਾਈਆਂ ਜਿਹੜੀਆਂ ਉਹ ਸਿੱਖ ਕੌਮ ਨੂੰ ਉਹਨਾਂ ਨੇ ਨਹੀਂ ਦਿੱਤੀਆਂ।
ਇੱਥੋਂ ਤੱਕ ਕਿ ਆਪਾਂ ਦੇਖ ਲਈਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਿੱਥੇ ਸਿੱਖ ਬਾਅਦ ਵਿੱਚ ਜਾ ਕੇ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਵਸੋਂ ਉੱਥੇ ਕੀਤੀ ਆ, ਸੋ ਉਹਨਾਂ ਦੀ ਵੀ ਗੱਲ ਕਰ ਲਈਏ। ਉਸ ਤੋਂ ਬਾਅਦ UN ਦੇ ਜਿਹੜੇ ਹੈਗੇ ਆ ਮੁਖੀ, ਉਹਨਾਂ ਦੀ ਗੱਲ ਕਰ ਲਈਏ, ਸਾਰਿਆਂ ਨੇ ਹੀ ਵਧਾਈਆਂ ਦਿੱਤੀਆਂ। UK ਦੇ ਵਿੱਚ ਬਹੁਤ ਸਾਰੇ MP ML ਜਿਹੜੇ ਸਾਡੇ ਹੈਗੇ ਆ, ਪ੍ਰਾਈਮ ਮਿਨਿਸਟਰ ਤੱਕ ਇਹਨਾਂ ਨੇ ਵਧਾਈਆਂ ਦਿੱਤੀਆਂ। ਪਰ ਦੇਸ਼ ਉਹ ਜਿੱਥੇ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ, ਉੱਥੇ ਇਹ ਵਧਾਈਆਂ ਜਾਂ ਫਿਰ ਮੁਬਾਰਕਾਂ ਜਿਹੜੀਆਂ ਹੈਗੀਆਂ ਉਹ ਦੇਣਾ ਵਾਜਿਬ ਨਹੀਂ ਸਮਝਿਆ ਜਾਂਦਾ। ਹੁਣ ਆਪਾਂ ਇੱਥੇ ਗੱਲ ਜਿਹੜੀ ਹੈਗੀ ਆ ਸਮੇਟ ਕੇ ਤੇ ਪ੍ਰੋਗਰਾਮ ਦੀ ਸਮਾਪਤੀ ਕਰ ਦਈਏ। ਅਖੀਰ ਇੱਕ ਮੀਡੀਆ ਦਾ ਜਿਹੜਾ ਇਸ ਵੇਲੇ ਰੋਲ ਹੈਗਾ ਬੜਾ, ਮੈਂ ਕਹਿੰਦਾ ਕਿ ਇੱਕ ਪਾਸੜ ਜਿਹਾ ਰੋਲ ਬਣਿਆ ਹੋਇਆ। ਹੁਣ ਜਿਵੇਂ ਵੈਸਟ ਬੰਗਾਲ ਦੀ ਤੁਸੀਂ ਗੱਲ ਕੀਤੀ, ਉੱਥੇ ਸਿਰਫ 800 ਕੇਸ ਨੇ, ਉਹਨੂੰ ਵਧਾ ਚੜਾ ਕੇ ਦੱਸਿਆ ਜਾ ਰਿਹਾ। ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰਦੇ, ਇੱਥੇ ਵੀ ਬਹੁਤ ਘੱਟ ਕੇਸ ਹੈਗੇ, ਉਹਨੂੰ ਵੀ ਵੱਡੇ ਲੈਵਲ ਤੇ ਹਾਈਲਾਈਟ ਕੀਤਾ ਜਾ ਰਿਹਾ ਕਿ ਪੰਜਾਬ ਹੌਟਸਪੌਟ ਬਣ ਗਿਆ, ਵੈਸਟ ਬੰਗਾਲ ਜਿਹੜਾ ਹੌਟਸਪੌਟ ਬਣ ਗਿਆ, ਜਦਕਿ ਗੁਜਰਾਤ ਦੇ ਵਿੱਚ 8000 ਕੇਸ ਹੈਗਾ ਕਰੋਨਾ ਵਾਇਰਸ ਦਾ, ਪਰ ਉਹਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ। ਕਿਉਂ? ਤੁਹਾਨੂੰ ਕੀ ਲੱਗਦਾ ਕਿ ਉਹ ਮੋਦੀ ਸਾਹਿਬ ਦਾ ਜਿਹੜਾ ਆਪਣਾ ਏਰੀਆ ਹੈਗਾ, ਆਪਣੀ ਸਟੇਟ ਹੈ, ਆਪਣਾ ਏਰੀਆ ਕਹਿ ਲਓ, ਆਪਣਾ ਸਟੇਟ ਹੈ, ਜਿੱਥੇ ਜਿੱਥੇ ਆਪਣੀ ਸਰਕਾਰ ਹੈਗੀ ਆ ਉੱਥੇ ਪਰਦਾ ਤੁਸੀਂ ਕਿਸੇ ਵੀ ਤਰੀਕੇ ਨਾਲ ਪਵਾ ਸਕਦੇ ਹੋ। ਹੁਣ ਗਵਰਨਰ ਥਾਪਿਆ ਗਿਆ ਹੁੰਦਾ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ, ਹੁਣ ਜਿੱਥੇ ਚਾਹਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਮਰਜ਼ੀ ਸੂਬੇ ਦੇ ਵਿੱਚ ਆਪਣਾ ਹੋਇਆ ਚੁਣਿਆ ਹੋਇਆ ਬੰਦਾ ਗਵਰਨਰ ਠੋਕ ਸਕਦੇ ਨੇ। ਉਸ ਤੋਂ ਇਲਾਵਾ ਅਸੀਂ ਵੈਸਟ ਬੰਗਾਲ ਦੀ ਜਿੱਥੇ ਗੱਲ ਕਰ ਰਹੇ ਹਾਂ, ਵੈਸਟ ਬੰਗਾਲ ਦੇ ਵਿੱਚ ਭਾਵੇਂ ਕੇਸ ਘੱਟ ਨੇ, ਲੇਕਿਨ ਉੱਥੇ ਗਵਰਨਰ ਦੇ ਕੋਲੋਂ ਇਹ ਸਪੀਚ ਦਵਾ ਦਿੱਤੀ ਜਾਂਦੀ ਹੈ ਕਿ ਤੁਸੀਂ ਅੱਗੇ ਮੀਡੀਆ ਦੇ ਸਟੇਟਮੈਂਟ ਦਿਓ ਕਿ ਉੱਥੋਂ ਦੀ ਸਰਕਾਰ, ਮਮਤਾ ਬੈਨਰਜੀ ਦੀ ਸਰਕਾਰ, ਆਪ ਇਹਨਾਂ ਕੇਸਿਸ ਨੂੰ ਲੁਕਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਇਹ ਕੇਸ ਲੁਕੋਏ ਜਾ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿਸੇ ਵੀ ਸੂਬੇ ਦੇ ਗਵਰਨਰ ਨੇ ਹੁਣ ਤੱਕ ਆਪਣੇ ਇਲਾਕੇ ਦੇ ਵਿੱਚ ਵੱਧ ਰਹੇ ਕੇਸਿਸ ਦੇ ਉੱਤੇ ਆਪਣੇ ਹੀ ਸਰਕਾਰ ਦੇ ਖਿਲਾਫ ਅਜਿਹਾ ਬਿਆਨ ਦਿੱਤਾ ਹੋਵੇਗਾ। ਤਾਂ ਫਿਰ ਅਜਿਹੇ ਸੂਬੇ ਦੇ ਵਿੱਚ ਹੀ ਕਿਉਂ ਜਿੱਥੇ ਇਸ ਵੇਲੇ ਬੀਜੇਪੀ ਦੀ ਸਰਕਾਰ ਨਹੀਂ ਆ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਗਵਰਨਰ ਦੇ ਕੋਲੋਂ ਵੀ ਇਹ ਕਹਾ ਦਿੱਤਾ ਜਾਏ ਕਿ ਤੁਸੀਂ ਸਰਕਾਰ ਦੇ ਉੱਤੇ ਨਕੇਲ ਕੱਸੋ ਜਾਂ ਸਰਕਾਰ ਤੋਂ ਸਵਾਲ ਕਰੋ ਕਿ ਸਰਕਾਰ ਤੁਹਾਨੂੰ ਜਵਾਬ ਦੇ ਆ ਕੇ ਕਿ ਕਰੋਨਾ ਵਾਇਰਸ ਦੀ ਸਿਚੁਏਸ਼ਨ ਦੇ ਉੱਤੇ ਹੁਣ ਤੱਕ ਕੀ ਕੀਤਾ। ਜਾਣਕਾਰੀ ਦੇ ਮੁਤਾਬਕ ਹੁਣ ਤੱਕ ਮੁੱਖ ਮੰਤਰੀਆਂ ਦੇ ਨਾਲ ਬੈਠਕ ਹੋ ਰਹੀ ਹੈ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸੂਬਿਆਂ ਦੇ ਗਵਰਨਰ ਦੇ ਨਾਲ ਬੈਠਕ ਦੀ ਵੀ ਰਣਨੀਤੀ ਦੇ ਵਿੱਚ ਸਰਕਾਰ ਜ਼ਰੂਰ ਹੋਏਗੀ। ਬਿਲਕੁਲ ਜੀ, ਜਿੱਥੇ ਦੇਸ਼ ਦੇ ਫੌਜ ਮੁਖੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਆਪਣੇ ਹਿਸਾਬ ਦੇ ਨਾਲ ਕਈ ਵਾਰ ਵਰਤ ਲਿਆ ਜਾਂਦਾ। ਪਿਛਲੇ ਸਮੇਂ ਦੇਖਿਆ ਹੁਣ ਵਿਪਨ ਰਾਵਤ ਹੋਰੀ ਜਿਹਨਾਂ ਨੇ ਇੱਕ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਜਿਹੜੇ ਬਿਆਨ ਵੀ ਦਿੱਤੇ ਉਹ ਵੀ ਸਾਡੇ ਸਾਹਮਣੇ ਆਏ ਆ। ਗਵਰਨਰਸ ਦੀ ਜਦੋਂ ਗੱਲ ਕਰਦੇ ਆ ਤਾਂ ਪੰਜਾਬ ਦੇ ਗਵਰਨਰਸ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜਾ ਇੱਕਮਿਕ ਹੋ ਕੇ ਤੇ ਕੁਝ ਪੁਲਿਸ ਅਧਿਕਾਰੀ ਜਿਹੜੇ ਹੈਗੇ ਆ ਉਹ ਬਰੀ ਵੀ ਕਰਵਾਏ ਆ। ਸੋ ਹੁਣ ਜਦੋਂ ਇਹ ਸਪੀਚਸ ਆਉਂਦੀਆਂ ਨੇ, ਇਸ ਵੇਲੇ ਕਰੋਨਾ ਵਾਇਰਸ ਹੈ, ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਵਾਇਰਸ ਹੈਗਾ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੋਰ ਜ਼ਿਆਦਾ ਫੈਲੇ, ਕਿਉਂਕਿ ਅਨਪੜ੍ਹਤਾ ਦੇ ਕਰਕੇ ਇਹਨੂੰ ਸਾਂਭਣਾ ਬਹੁਤ ਮੁਸ਼ਕਲ ਹੈਗਾ। ਸੋ ਅੱਜ ਨਰਿੰਦਰ ਮੋਦੀ ਹੋਰੀ ਆਪਣੀ ਸਪੀਚ ਦੇ ਕੇ ਤੇ ਉਹ ਫਾਰਗ ਹੋ ਗਏ ਨੇ। ਆਉਣ ਵਾਲੇ ਸਮੇਂ ਦੇ ਵਿੱਚ 17 ਜਾਂ 18 ਤਰੀਕ ਨੂੰ ਦੁਬਾਰਾ ਜਦੋਂ ਉਹ ਦੇਸ਼ ਨੂੰ ਸੰਬੋਧਨ ਹੁੰਦੇ ਆ, ਰਾਸ਼ਟਰ ਨੂੰ ਸੰਬੋਧਨ ਹੁੰਦੇ ਆ, ਕਿਹੜੇ ਨਵੇਂ ਐਲਾਨ ਕੀਤੇ ਜਾਂਦੇ ਨੇ ਵੇਖਣਾ ਹੋਏਗਾ। ਪੰਜਾਬ ਦੇ ਵਿੱਚ ਠੇਕੇ ਖੋਲਣ ਦੀ ਜਿਹੜੀ ਤਿਆਰੀ ਜਾਂ ਫਿਰ ਖੁੱਲ ਵੀ ਗਏ ਨੇ। ਸੋ ਆਪਾਂ ਉਹ ਸਾਰਾ ਕੁਝ ਜਿਹੜਾ ਹੈਗਾ ਘਟਨਾਕ੍ਰਮ ਇਸ ਵੇਲੇ ਦੇਖ ਰਹੇ ਹਾਂ। ਆਮ ਜਨਤਾ ਦਾ ਸੋਚਣਾ ਜਿਹੜਾ ਹਰ ਇੱਕ ਸਰਕਾਰ ਦੇ ਵਿੱਚ ਜਿਹੜਾ ਵੀ ਸਰਕਾਰ ਚਲਾ ਰਿਹਾ ਕਰਿੰਦਾ ਹੁੰਦਾ ਹੈ, ਕੋਈ ਵੀ ਉਹਦੇ ਵਿੱਚ ਪ੍ਰਧਾਨ ਮੰਤਰੀ ਜਾਂ MP ਆ ਜਾਂਦੇ, MLAs ਆ ਜਾਂਦੇ, ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਗਰੀਬ ਤਬਕਾ ਹੈ ਉਹਨੂੰ ਕਿਵੇਂ ਸਾਂਭਣਾ। ਆਪਾਂ ਅਮੀਰ ਲੋਕ ਜਾਂ ਜਿਨ੍ਹਾਂ ਦੇ ਕੋਲ ਵੱਡੇ ਬੈਂਕ ਬੈਲੈਂਸ ਹੈਗੇ ਉਹ ਤਾਂ ਆਪਣਾ ਗੁਜ਼ਾਰਾ ਕਰ ਰਹੇ ਨੇ, ਹੋਰ 6 ਮਹੀਨੇ ਜੇਕਰ ਉਹਨਾਂ ਨੂੰ ਲਾਕਡਾਊਨ ਦੇ ਵਿੱਚ ਰਹਿਣਾ ਪਵੇ ਤਾਂ ਉਹ ਜ਼ਰੂਰ ਕੱਟ ਲੈਣਗੇ। ਪਰ ਗਰੀਬ ਵਰਗ ਦਾ ਕੀ ਹੈ, ਅੱਜ ਇਹ ਸਾਰੇ ਹਾਲ ਆਪਾਂ ਦੇਖ ਰਹੇ ਹਾਂ। ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ, ਮਿਲਦੇ ਹਾਂ ਕਿਸੇ ਹੋਰ ਵਿਸ਼ੇ ਤੇ। ਅਮਨਪ੍ਰੀਤ, ਲਾਸਟ ਜਾਂਦੇ ਜਾਂਦੇ ਕੋਈ ਮੈਸੇਜ ਕੁਝ ਜੋ ਵੀ ਤੁਸੀਂ ਕਹਿਣਾ ਚਾਹੋ? ਬਸ ਆਮ ਲੋਕਾਂ ਨੂੰ ਇਹੀ ਕਹਾਂਗੇ ਕਿ ਘਰਾਂ ਦੇ ਵਿੱਚ ਰਹੋ, ਆਪਣੇ ਆਪ ਨੂੰ ਮਹਿਫੂਜ਼ ਰੱਖੋ। ਜੇਕਰ ਕੋਈ ਲੋੜਵੰਦ ਕੰਮ ਹੈ ਜਿਸ ਨੂੰ ਤੁਸੀਂ ਘਰੋਂ ਬਿਨਾਂ ਬਾਹਰ ਨਿਕਲੇ ਨਹੀਂ ਪੂਰਾ ਕਰ ਸਕਦੇ, ਉਸ ਕੰਮ ਵਾਸਤੇ ਜਾਓ, ਆਪਣਾ ਧਿਆਨ ਰੱਖੋ, ਹੱਥ ਨੂੰ ਲਗਾਤਾਰ ਧੋਂਦੇ ਰਹੋ ਅਤੇ ਇਸ ਬਿਮਾਰੀ ਤੋਂ ਜਿੰਨਾ ਦੂਰ ਹੋ ਸਕਦਾ ਸੀ ਆਪਣੇ ਆਪ ਨੂੰ ਰਹਿਣ ਦੀ ਕੋਸ਼ਿਸ਼ ਰੱਖੀਏ। ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੀਏ, ਭਾਵੇਂ ਤੁਸੀਂ ਜਿਹੜੇ ਮਰਜ਼ੀ ਦੇਸ਼ ਦੇ ਵਿੱਚੋਂ, ਭਾਵੇਂ ਤੁਸੀਂ ਭਾਰਤ ਦੇ ਵਿੱਚ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਕੈਨੇਡਾ, ਅਮਰੀਕਾ, ਜਿਹੜੇ ਮਰਜ਼ੀ ਦੇਸ਼ ਦੇ ਅਸੀਂ ਗੱਲ ਕਰ ਲਈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।